मेरे बहुत ही सत्कारयोग सारे इतने सज्जन बैठे ने, खास करके अंजलि सिंह ਜਿਹੜੇ कि वार्ड नंबर 21 ਤੋਂ ਚੋਣ लड़ रहे हैं, ਤੁਹਾਡੇ उम्मीदवार ने, और मेरे साथी बरनाला जी हुणे बोल के गए ने, और बहुत ही सत्कारयोग मेरे सरदार सज्जन सिंह जी जिन्होंने बहुत ही थोड़े शब्दों के विच बहुत अच्छियां गल्लां जड़ियां कीतियां, और मेरे बहुत ही सत्कारयोग वार्ड नंबर 21 के सूझवान वोटर और सपोर्टर ਜਿਹੜੇ ਇੱਥੇ ਬੈਠੇ ਨੇ। मैं तो ये समझूंगा भी ਇੱਥੇ जिन्ने भी बैठे ने वो सारे सपोर्टर ही ने, ਤੇ ਉਹ ਇਦਾਂ ਦੇ ਸਪੋਰਟਰ ਨੇ ਵੀ ਜਿਨ੍ਹਾਂ ਨੇ ਇੱਕ ਇੱਕ ਵੋਟ ਨੂੰ ਖਿੱਚ ਕੇ ਪੋਲਿੰਗ ਸਟੇਸ਼ਨ ਤੱਕ ਲੈ ਕੇ ਆਉਣਾ। ਆਉਣ ਵਾਲੇ ਐਤਵਾਰ ਜਿਹੜਾ ਆ ਰਿਹਾ ਹੈ 14 ਤਰੀਕ ਨੂੰ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਣ ਜਾ ਰਹੀ, ਤੁਹਾਨੂੰ ਸਾਰਿਆਂ ਨੂੰ ਪਤਾ। ਔਰ ਇਸ ਇਲੈਕਸ਼ਨ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਆਜ਼ਾਦ ਗਰੁੱਪ ਦੇ ਤੌਰ ਤੇ ਆਏ ਹਾਂ, ਔਰ ਆਮ ਆਦਮੀ ਪਾਰਟੀ ਨੇ ਸਾਨੂੰ ਜਿਹੜੀ ਸਪੋਰਟ ਕੀਤੀ ਹੈ ਤੇ ਜਿਹਦੇ ਨਾਲ ਸਾਡਾ ਜਿਹੜਾ ਮਨੋਬਲ ਬੜਾ ਉੱਚਾ ਹੋਇਆ ਹੈ, ਤੇ ਅਸੀਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਚੋਣ ਲੜ ਰਹੇ ਹਾਂ। ਇਹ ਚੋਣ ਜਿਹੜੀ ਹੈ ਰਵਾਇਤੀ ਪਾਰਟੀਆਂ ਦੇ ਵਿੱਚ ਔਰ ਆਜ਼ਾਦ ਬੰਦਿਆਂ ਦੇ ਵਿੱਚ ਇੱਕ ਮੁੱਖ ਟੱਕਰ ਦੇ ਤੌਰ ਤੇ ਸਾਹਮਣੇ ਆਈ ਹੈ, ਔਰ ਮੈਨੂੰ ਇਹ ਲੱਗਦਾ ਹੈ ਵੀ ਤੁਸੀਂ ਸਾਰੇ ਹੀ ਇਸ ਬਦਲਾਅ ਦੇ ਹਾਮੀ ਜ਼ਰੂਰ ਬਣੋਗੇ, ਕਿਉਂਕਿ ਜਿਹੜਾ ਇੱਕ ਬਦਲਾਅ ਆ ਰਿਹਾ ਹੈ, ਜਿੱਦਾਂ ਸਰਦਾਰ ਸੱਜਣ ਸਿੰਘ ਨੇ ਕਿਹਾ ਵੀ ਸਾਰੇ ਕਿਸਾਨ ਬਣ ਜਾਓ, ਜੇ ਇਹਦੇ ਵਿੱਚ ਕੋਈ MLA ਜਾਂ ਮੈਂਬਰ ਪਾਰਲੀਮੈਂਟ ਹੁੰਦਾ ਸ਼ਾਇਦ ਹੁਣ ਤੱਕ ਵਿਕ ਗਿਆ ਹੁੰਦਾ ਕਿਸਾਨ ਅੰਦੋਲਨ ਦੇ ਵਿੱਚ। ਤੁਸੀਂ ਇਹ ਦੇਖੋ ਵੀ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਲਈ ਸਾਡਾ ਕਿੰਨਾ ਕੁ ਯਕੀਨ ਰਹਿ ਗਿਆ। ਅਸੀਂ ਇਹ ਸੋਚਦੇ ਹੋਏ ਵੀ ਭਈ ਇਹ ਬੰਦੇ ਵਿਕ ਸਕਦੇ ਨੇ ਜਾਂ ਵਿਕਣ ਵਾਲੇ ਨੇ, ਤਾਂ ਵੀ ਸਾਨੂੰ MLA ਤੇ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਬਣਾਉਣਾ ਪੈਂਦਾ, ਕਿਉਂਕਿ ਵੋਟਾਂ ਦਾ ਰਾਜ ਆ, ਵੋਟਾਂ ਮੰਗਣ ਆਉਣਾ, ਔਰ ਤੁਸੀਂ ਵੋਟਾਂ ਕਿਸੇ ਨਾ ਕਿਸੇ ਇੱਕ ਨੂੰ ਪਾਉਣੀਆਂ ਹੀ ਨੇ, ਅਸੀਂ ਵੀ ਸਾਰਿਆਂ ਨੇ ਪਾਉਣੀਆਂ ਨੇ। ਪਰ ਮੈਂ ਇਹ ਸਮਝਦਾ ਵੀ ਆਮ ਤੌਰ ਤੇ ਇਹ ਵੀ ਕਿਹਾ ਜਾਂਦਾ, ਹੁਣ ਤਾਂ ਸਾਰੇ ਲੋਕ ਕਹਿਣ ਲੱਗੇ ਵੀ ਰਾਜਨੀਤਿਕ ਜਿਹੜੀ ਗੇਮ ਹੈ ਬੜੀ ਗੰਦੀ ਗੇਮ ਹੈ, ਇਹ ਸ਼ਰੀਫਾਂ ਦੀ ਗੇਮ ਨਹੀਂ ਹੈ। ਮੈਂ ਇਹ ਸੋਚਦਾ ਵੀ ਜੇ ਆਪਾਂ ਸਾਰੇ ਇਹ ਸੋਚ ਕੇ ਪਾਸੇ ਹਟਦੇ ਗਏ, ਜੇ ਸ਼ਰੀਫ ਬੰਦੇ ਪਾਸੇ ਹਟਦੇ ਗਏ, ਬਾਹਰ ਨਿਕਲਦੇ ਗਏ, ਔਰ ਗੁੰਡਿਆਂ ਨੂੰ ਰਾਜ ਭਾਗ ਦਿੰਦੇ ਰਹੇ, ਵੋਟਾਂ ਵੀ ਆਪਾਂ ਪਾਉਂਦੇ ਹਾਂ ਸ਼ਰੀਫ ਹੈ, ਆਪਣੀਆਂ ਵੋਟਾਂ ਨਾਲ ਉਹ MLA ਮਿਨਿਸਟਰ ਵੀ ਬਣਦੇ ਨੇ, ਤੇ ਬਣਾਉਂਦੇ ਆਪਾਂ ਸਾਰੇ ਉਹਨਾਂ ਨੂੰ ਹੈ ਜਿਹਨਾਂ ਨੂੰ ਅਸੀਂ ਬਣਾਉਣਾ ਨਹੀਂ ਚਾਹੁੰਦੇ, ਕਿਉਂਕਿ ਸ਼ਰੀਫ ਬੰਦੇ ਵਿੱਚੋਂ ਨਿਕਲਦੇ ਜਾ ਰਹੇ ਨੇ। ਜਦੋਂ ਤੱਕ ਸ਼ਰੀਫ ਬੰਦਾ ਵਿੱਚ ਪੈਂਦਾ ਨਹੀਂ, ਜਦੋਂ ਸ਼ਰੀਫ ਬੰਦਾ ਤੇ ਇਮਾਨਦਾਰ ਤੇ ਸਿੰਸੀਅਰ ਬੰਦਾ ਇਹ ਨਹੀਂ ਕਹਿੰਦਾ ਵੀ ਇਹ ਗੇਮ ਗੰਦੀ ਨਹੀਂ, ਅਸੀਂ ਰਾਜ ਲੈਣਾ ਔਰ ਚੰਗੇ ਹੱਥਾਂ ਦੇ ਵਿੱਚ ਰਾਜ ਲੈਣਾ ਦੇਣਾ, ਤਾਂ ਕਿ ਅਸੀਂ ਚੰਗੇ ਬੰਦਿਆਂ ਨੂੰ ਅਸੈਂਬਲੀ ਦੇ ਵਿੱਚ, ਕਾਰਪੋਰੇਸ਼ਨ ਦੇ ਵਿੱਚ ਤੇ ਸੰਸਦ ਦੇ ਵਿੱਚ ਭੇਜ ਸਕੀਏ। ਔਰ ਜੇ ਅਸੀਂ ਚੰਗੇ ਬੰਦਿਆਂ ਨੂੰ ਭੇਜਾਂਗੇ ਤਾਂ ਐਟਲੀਸਟ ਇਹ ਕਾਲੇ ਕਾਨੂੰਨ ਜਿਹੜੇ ਬਣੇ ਨੇ, ਜਿਨ੍ਹਾਂ ਪਿੱਛੇ 3-4 ਮਹੀਨੇ ਤੋਂ ਸਾਡੇ ਸਾਰੇ ਕਿਸਾਨ ਤੇ ਮਜ਼ਦੂਰ ਵੀਰ ਉੱਤੇ ਭੁੱਖਣ ਭਾਣੇ ਬੈਠੇ ਨੇ, ਪੂਰੀ ਠੰਡ ਜਿਹੜੀ ਮਤਲਬ ਦਸੰਬਰ, ਜਨਵਰੀ, ਫਰਵਰੀ ਦਾ ਮਹੀਨਾ ਜਿਹੜਾ ਬਹੁਤ ਹੀ ਜ਼ਿਆਦਾ ਠੰਡ ਦਾ ਹੁੰਦਾ, ਉਹਦੇ ਵਿੱਚ ਉਹ ਬੈਠੇ ਨੇ, ਸ਼ਾਇਦ ਉਹ ਨਾ ਬੈਠਣ, ਨਾ ਮੌਕਾ ਮਿਲੇ, ਕਿਉਂਕਿ ਜੇ ਚੰਗੇ ਬੰਦਿਆਂ ਨੂੰ ਰਾਜ ਮਿਲੂਗਾ। ਜੇ ਐਦਾਂ ਦੇ ਬੰਦਿਆਂ ਨੂੰ ਆਪਾਂ ਰਾਜ ਦੇ ਦਾਂਗੇ, ਆਪਣਾ ਰਸਤਾ ਸਾਫ਼ ਕਰ ਦਾਂਗੇ ਉਹਨਾਂ ਦਾ, ਜਿਨ੍ਹਾਂ ਨੇ ਸਾਨੂੰ ਲੁੱਟਣਾ ਹੀ ਆ, ਜਿਨ੍ਹਾਂ ਨੇ ਸਾਨੂੰ ਪੁੱਟਣਾ ਹੀ ਹੈ, ਫਿਰ ਆਪਣੇ ਦੇਸ਼ ਦਾ ਤੇ ਆਪਣਾ ਰੱਬ ਰੱਖਿਆ, ਆਪਾਂ ਖੁਦ ਹੀ ਕਸੂਰਵਾਰ ਆ ਇਸ ਗੱਲ ਦੇ, ਕੋਈ ਹੋਰ ਬੰਦਾ ਕਸੂਰਵਾਰ ਨਹੀਂ ਹੈ, ਨਾ ਹੀ ਅਸੀਂ ਕਿਸੇ ਨੂੰ ਕਸੂਰਵਾਰ ਠਹਿਰਾ ਸਕਦੇ। ਸੋ ਮੇਰੀ ਬੇਨਤੀ ਹੈ ਵੀ ਆਪਾਂ ਚੰਗੇ ਬੰਦਿਆਂ ਨੂੰ ਚੁਣਨਾ ਹੈ, ਔਰ ਚੰਗੇ ਬੰਦਿਆਂ ਨੂੰ ਰਾਜਨੀਤੀ ਦੇ ਵਿੱਚ ਆਉਣਾ ਚਾਹੀਦਾ।
ਇਹ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਅੱਜ ਦੇ ਟਾਈਮ ਦੇ ਵਿੱਚ। ਨਹੀਂ ਤਾਂ ਸੰਸਦ ਦੇ ਵਿੱਚ ਵੀ ਤੇ ਅਸੈਂਬਲੀ ਦੇ ਵਿੱਚ ਵੀ 50 ਤੋਂ 60 ਤੋਂ 70% ਲੋਕ ਨੇ ਜਿਹੜੇ ਕ੍ਰਿਮੀਨਲ ਨੇ, ਜਿਨ੍ਹਾਂ ਦੀ ਬੈਕਗਰਾਉਂਡ ਕ੍ਰਿਮੀਨਲ ਆ, ਤੇ ਉਹ ਬੰਦੇ ਕਦੇ ਵੀ ਉਹਨਾਂ ਤੋਂ ਆਪਾਂ ਕੋਈ ਚੰਗੀ ਆਸ ਨਹੀਂ ਕਰ ਸਕਦੇ। ਇੱਕ ਤਾਂ ਮੈਂ ਇਹ ਬੇਨਤੀ ਤੁਹਾਨੂੰ ਕਰਨੀ ਸੀ। ਦੂਸਰੀ ਇਹ ਸੀ ਵੀ ਇਲੈਕਸ਼ਨ ਆ ਗਈ, ਅਸੀਂ 5 ਸਾਲ ਪਿੱਛੇ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਰਹੇ। ਮੈਂ ਮੇਅਰ ਸੀ, ਸਰਦਾਰ ਅਮਰੀਕ ਸਿੰਘ ਤਹਿਸੀਲਦਾਰ ਮੇਰੇ ਸਾਥੀ ਸੀ। ਸਾਡੇ ਦੋਨਾਂ ਤੋਂ ਬਿਨਾਂ 48 ਸਾਥੀ ਮੇਰੇ ਹੋਰ ਸੀ, ਜਿਨ੍ਹਾਂ ਦੇ ਨਾਲ ਮਿਲ ਕੇ ਅਸੀਂ ਮੋਹਾਲੀ ਸ਼ਹਿਰ ਨੂੰ ਅੱਛਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਅੱਛਾ ਬਣਾਇਆ ਅਸੀਂ ਜਾਂ ਅਸੀਂ ਕਿੰਨਾ ਕੁ ਬਣਾਉਣ 'ਚ ਕਾਮਯਾਬ ਹੋਏ ਆ, ਇਹ ਸਾਡੇ ਨਾਲੋਂ ਵੱਧ ਤੁਸੀਂ ਜਾਣਦੇ ਆ। ਅਸੀਂ ਘੱਟ ਜਾਣਦੇ ਆ, ਤੁਸੀਂ ਕਿਉਂਕਿ ਹਰ ਮੁਹੱਲੇ ਹਰ ਜਗ੍ਹਾ ਤੇ ਬੈਠੇ ਆ, ਹਰ ਸਾਡੀ ਐਕਟੀਵਿਟੀ ਦੇ ਉੱਤੇ ਤੁਹਾਡਾ ਅੱਖ ਹੈ, ਇਸ ਕਰਕੇ ਤੁਸੀਂ ਜ਼ਿਆਦਾ ਜਾਣਦੇ ਹੋ। ਪਰ ਮੈਨੂੰ ਇੱਥੇ ਥੋੜ੍ਹੀ ਜਿਹੀਆਂ 2-4 ਗੱਲਾਂ ਦਾ ਮੈਂ ਜ਼ਿਕਰ ਕਰਨਾ, ਜਿਹੜੀਆਂ ਮੈਂ ਜ਼ਰੂਰੀ ਸਮਝਦਾ, ਜਿਹੜੀਆਂ ਅਸੀਂ ਕੀਤੀਆਂ ਨੇ, ਜਿਹੜੀਆਂ ਕੁਝ ਕਰਨ ਤੋਂ ਰਹਿ ਵੀ ਗਈਆਂ ਨੇ। ਤੇ ਮੈਂ ਉਹ ਗੱਲਾਂ ਇਸ ਕਰਕੇ ਕਰਨਾ ਚਾਹੁੰਦਾ ਤਾਂ ਕਿ ਬੀਬੀ ਅੰਜਲੀ ਜੀ ਪਹਿਲੀ ਵਾਰੀ ਖੜੇ ਨੇ, ਇਹਨਾਂ ਨੂੰ ਵੀ ਪਤਾ ਚੱਲ ਜਾਵੇ ਵੀ ਅਸੀਂ ਕੀ ਕੀਤਾ ਤੇ ਅੱਗੇ ਇਹਨਾਂ ਲਈ ਕਿੱਡੇ ਵੱਡੇ ਚੈਲੰਜ ਨੇ। ਅਸੀਂ ਮੋਹਾਲੀ ਮਿਊਨਿਸਪਲ ਕਾਰਪੋਰੇਸ਼ਨ ਦਾ ਜਦੋਂ ਚਾਰਜ ਲਿਆ 2015 ਦੇ ਵਿੱਚ, ਉਦੋਂ ਸਫਾਈ ਦਾ ਮਾੜਾ ਹਾਲ ਸੀ, ਸਟਰੀਟ ਲਾਈਟ ਦਾ ਮਾੜਾ ਹਾਲ ਸੀ, ਸੜਕਾਂ ਦਾ ਮਾੜਾ ਹਾਲ ਸੀ, ਪਾਰਕਾਂ ਦਾ ਤੁਸੀਂ ਦੇਖਿਆ ਵੀ ਕੀ ਹਾਲ ਸੀ। ਅਸੀਂ ਹੌਲੀ ਹੌਲੀ ਆ ਕੇ ਇਹਨੂੰ ਸਾਰਿਆਂ ਨੂੰ ਜਦੋਂ ਆਪਣੇ ਹੱਥ ਵਿੱਚ ਲਿਆ ਤਾਂ ਆਉਂਦੀ ਸਾਰੀ ਅਸੀਂ ਸਭ ਤੋਂ ਪਹਿਲਾਂ ਸਫਾਈ ਨੂੰ ਹੱਥ ਪਾਇਆ। ਔਰ ਪਹਿਲੀ ਵਾਰੀ ਨਾਰਥ ਇੰਡੀਆ ਦੇ ਵਿੱਚ ਮੋਹਾਲੀ ਸ਼ਹਿਰ ਇੱਕ ਐਸਾ ਸ਼ਹਿਰ ਬਣਾਇਆ ਜਿਹਦੇ ਵਿੱਚ ਮਕੈਨੀਕਲ ਸਵੀਪਿੰਗ ਹੋ ਰਹੀ ਆ, ਹੁਣ ਵੀ ਹੋ ਰਹੀ ਹੈ। ਸਾਰੀਆਂ ਜਿਹੜੀਆਂ ਮੇਨ ਸੜਕਾਂ ਨੇ ਉਹਨਾਂ ਨੂੰ ਮਸ਼ੀਨਾਂ ਦੇ ਨਾਲ ਸਾਫ਼ ਕੀਤਾ ਜਾ ਰਿਹਾ, ਉਹ ਵੀ ਰਾਤ ਨੂੰ ਕੀਤਾ ਜਾ ਰਿਹਾ ਤਾਂ ਕਿ ਦਿਨ ਦੇ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ। ਔਰ ਹਰ ਘਰ ਦੇ ਅੱਗੇ ਝਾੜੂ ਮਾਰਨ ਵਾਲਾ ਦੇਖਿਆ ਤੁਸੀਂ, ਮੇਰਾ ਖਿਆਲ ਹੈ ਤੁਸੀਂ ਇਸ ਗੱਲੋਂ ਮੁਨੱਕਰ ਨਹੀਂ ਹੋ ਸਕਦੇ, ਕਿਉਂਕਿ ਅਸੀਂ ਆਉਂਦੀ ਸਾਰੀ ਇੱਕ ਸਕੀਮ ਬਣਾ ਕੇ ਬੀਟਾਂ ਵੰਡੀਆਂ। ਅਸੀਂ ਦੇਖਿਆ ਵੀ ਕਿੱਦਾਂ ਕੰਮ ਚਲਾਉਣਾ ਹੈ, 1 ਤੋਂ ਲੈ ਕੇ 50 ਘਰ, 50 ਤੋਂ ਲੈ ਕੇ 100 ਘਰ ਹਰ ਇੱਕ ਮਜ਼ਦੂਰ ਨੂੰ ਦਿੱਤੇ, ਝਾੜੂ ਉਹਨੂੰ ਲੈ ਕੇ ਦਿੱਤਾ, ਵਰਦੀ ਦੇ ਵਿੱਚ ਰੱਖਿਆ, ਨਾਲ ਇੱਕ ਅਸੀਂ ਡਸਟਬਿਨ ਵੀ ਲੈ ਕੇ ਦਿੱਤੀ ਤਾਂ ਕਿ ਜਿਹੜਾ ਕੂੜਾ ਤੁਸੀਂ ਇਕੱਠਾ ਕਰੋ ਉਹਦੇ ਵਿੱਚ ਪਾਓ, ਢੇਰੀਆਂ ਨਾ ਲੱਗਣ। ਨਹੀਂ ਤਾਂ ਢੇਰੀਆਂ ਲਾ ਕੇ ਛੱਡ ਜਾਂਦੇ ਸੀ ਤੇ ਉਹ ਉੱਥੇ ਹੀ ਖਿੰਡ ਜਾਂਦੀ, ਅਸੀਂ ਦੂਜੇ ਦਿਨ ਫੇਰ ਸਵੇਰੇ ਉਹੀ ਇਕੱਠੀਆਂ ਕਰਦੇ ਸੀ। ਸਫਾਈ ਦਾ ਮਾਮਲੇ ਨੂੰ ਅਸੀਂ ਤਰਜੀਹ ਦਿੱਤੀ ਔਰ ਅਸੀਂ ਪਹਿਲੇ ਸਾਲ, ਦੂਜੇ ਸਾਲ, ਤੀਜੇ ਸਾਲ ਮੋਹਾਲੀ ਸ਼ਹਿਰ ਪੰਜਾਬ ਦੇ ਵਿੱਚੋਂ ਫਸਟ ਆਇਆ, ਜਿਹੜਾ ਸੈਂਟਰ ਸਰਕਾਰ ਨੇ ਸਰਵੇ ਕੀਤਾ ਸੀ ਸਫਾਈ ਦੇ ਵਿੱਚ। ਫਿਰ ਸਟਰੀਟ ਲਾਈਟ ਹੈ ਜਿਹੜੀ ਟਰਾਈ ਸਿਟੀ ਦੇ ਵਿੱਚ, ਚੰਡੀਗੜ੍ਹ ਨੂੰ ਸਭ ਤੋਂ ਮੰਨਿਆ ਜਾਂਦਾ ਵੀ ਬਹੁਤ ਐਡਵਾਂਸ ਸਿਟੀ ਹੈ, ਲੇਕਿਨ ਮੋਹਾਲੀ ਪਹਿਲਾ ਸਿਟੀ ਹੈ ਜਿਹੜਾ ਪੰਜਾਬ ਦਾ ਹੀ ਨਹੀਂ ਬਲਕਿ ਨਾਰਥ ਇੰਡੀਆ ਦਾ ਨਹੀਂ, ਇੰਡੀਆ ਦੇ ਚੰਦ ਸ਼ਹਿਰ ਨੇ ਜਿਹੜੇ ਜਿੱਥੇ LED ਲੱਗੀ ਹੋਈ ਹੈ, ਪੂਰੀ ਕੰਪਲੀਟ 100% LED ਕਰਾਈਆਂ ਸਟਰੀਟ ਲਾਈਟ। ਔਰ ਸਟਰੀਟ ਲਾਈਟ ਹੀ LED ਨਹੀਂ ਕਰਾਈਆਂ, ਜਿੰਨੀਆਂ ਵੀ ਇਹ ਪਾਰਕਾਂ 'ਚ ਛੋਟੀਆਂ ਲਾਈਟਾਂ ਤੁਸੀਂ ਦੇਖਦੇ ਹੋ ਲੱਗੀਆਂ ਹੋਈਆਂ ਸਾਰੀਆਂ LED ਨੇ। ਇਹੀ ਹੈ ਵੀ ਇੱਕ ਤਾਂ ਇਹਨਾਂ ਦੀ ਲਾਈਫ ਬਹੁਤ ਜ਼ਿਆਦਾ, ਇਹ 2-4-6 ਮਹੀਨੇ ਵਿੱਚ ਫਿਊਜ਼ ਨਹੀਂ ਹੁੰਦੀਆਂ ਨਾ ਖਰਾਬ ਹੁੰਦੀਆਂ ਨੇ। ਔਰ ਇੱਕ ਬਿਜਲੀ ਹੈ ਜਿਹੜੀ, ਜਿੱਥੇ ਬਿੱਲ ਤੁਹਾਡਾ 1000 ਰੁਪਏ ਦਾ ਆਉਣਾ ਉੱਥੇ ਇਹਦਾ 350 ਰੁਪਏ ਬਿੱਲ ਆਉਣਾ। ਉਹ ਬਿੱਲ ਵੀ ਬਚਾਇਆ, ਨਾਲ ਜਿਹੜੀ એનર્ਜੀ ਸੀ ਉਹ ਵੀ ਬਚਾਈ ਹੈ। ਔਰ ਇਹ ਵੀ ਯਕੀਨੀ ਬਣਾਇਆ ਵੀ ਤੁਹਾਨੂੰ ਕਦੇ ਤਕਲੀਫ ਨਾ ਆਵੇ, ਪਰਮਾਨੈਂਟ ਇੱਕ ਚੀਜ਼ ਬਣਾ ਕੇ ਦੇਤੀ ਤੁਹਾਨੂੰ 5-7 ਸਾਲ ਜਿਹਨੇ ਕਦੇ ਖਰਾਬੇ ਨਹੀਂ ਹੋਣਾ। ਔਰ ਇਹ ਪਹਿਲਾ ਸ਼ਹਿਰ ਹੈ ਨਾਰਥ ਇੰਡੀਆ ਦਾ ਤੇ ਹਿੰਦੁਸਤਾਨ ਦੇ ਸ਼ਹਿਰਾਂ ਦੇ 2-4 ਸ਼ਹਿਰ ਹੋਣਗੇ ਜਿਹੜੇ 100% LED ਹੋਣਗੇ। ਪੰਚਕੂਲਾ ਤੇ ਚੰਡੀਗੜ੍ਹ ਜੇ ਸਲਾਹ ਹੀ ਕਰ ਰਹੇ ਨੇ, ਕਿਸੇ ਨੇ 2 ਸੈਕਟਰ ਕੀਤੇ, ਕਿਸੇ ਨੇ 4 ਸੈਕਟਰ ਕੀਤੇ ਨੇ। ਯਾਨੀ ਇਹ ਮੇਰਾ ਦਾਅਵਾ, ਤੁਸੀਂ ਭਾਵੇਂ ਦੇਖ ਵੀ ਸਕਦੇ ਹੋ ਜਾ ਕੇ, 100% ਅਸੀਂ ਇਹ ਜਿਹੜਾ ਸ਼ਹਿਰ ਆਪਣਾ LED ਕੀਤਾ। ਉਸ ਤੋਂ ਬਾਅਦ ਫਿਰ ਪਾਰਕਾਂ 'ਚ ਦੇਖ ਲਓ, ਰੱਖ ਰਖਾਓ ਅਸੀਂ ਜਿਹੜਾ ਕੀਤਾ ਜਦੋਂ ਦੀਆਂ ਸਾਡੇ ਕੋਲ ਆਈਆਂ ਨੇ, ਅਸੀਂ ਕੋਈ ਕਸਰ ਨਹੀਂ ਛੱਡੀ ਹੈ। ਹਰ ਪਾਰਕ ਦੇ ਵਿੱਚ ਅਸੀਂ ਹਰ ਵਾਰਡ ਦੇ ਵਿੱਚ ਜਿਮ ਲਾਇਆ। ਪੰਜਾਬ ਦਾ ਇੱਕੋ ਇੱਕ ਸ਼ਹਿਰ ਆ ਜਿੱਥੇ ਹਰ ਵਾਰਡ ਦੇ ਵਿੱਚ ਜਿਮ ਲੱਗਿਆ ਹੈ, ਓਪਨ ਏਅਰ ਜਿਮ। ਔਰ ਜਿਹੜੀਆਂ ਵੱਡੀਆਂ ਤੁਹਾਡੀਆਂ ਨੇਬਰਹੁੱਡ ਪਾਰਕਾਂ ਨੇ ਸਾਰਿਆਂ ਦੇ ਵਿੱਚ 1-1, 2-2 ਜਿਮ ਲਾਏ। ਮੈਂ ਤਾਂ 50 ਜਿਮ ਹੋਰ ਵੀ ਲਾ ਦੇਣੇ ਸੀ ਕਿਉਂਕਿ ਬਹੁਤ ਡਿਮਾਂਡ ਸੀ ਲੋਕਾਂ ਦੀ ਇਹ ਵੀ, ਕਿਉਂਕਿ ਬਹੁਤ ਜ਼ਿਆਦਾ ਪਾਪੂਲਰ ਹੋਏ। ਅਸੀਂ 50 ਜਿਮ ਪਾਸ ਕੀਤੇ, ਉਹਦੇ ਟੈਂਡਰ ਵੀ ਲਾਏ, ਅਸੀਂ FNCC 'ਚ ਪਾਸ ਵੀ ਕਰਤੇ। ਲੇਕਿਨ ਸਾਡੇ ਮਾਨਯੋਗ ਮੰਤਰੀ ਸਰਦਾਰ
ਬਲਵੀਰ ਸਿੰਘ ਸਿੱਧੂ ਜੀ ਨੇ ਉਹਨਾਂ ਨੂੰ ਰੁਕਵਾ ਲਿਆ। ਉਹਨਾਂ ਦੇ ਅੱਜ ਤੱਕ ਵਰਕ ਆਰਡਰ ਨਹੀਂ ਹੋਣ ਦਿੱਤੇ। ਉਹ ਇਸ ਕਰਕੇ ਨਹੀਂ ਹੋਣ ਦਿੱਤੇ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਸ਼ਾਇਦ ਅਸੀਂ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਵਿੱਚ ਪਾਪੂਲਰ ਹੋ ਜਾਵਾਂਗੇ ਵੀ ਅਸੀਂ ਮਤਲਬ ਕਿਤੇ ਸਿਹਰਾ ਸਾਨੂੰ ਨਾ ਮਿਲ ਜਾਵੇ, ਇਸ ਕਰਕੇ ਉਹ ਅੱਜ ਤੱਕ ਰੋਕ ਕੇ ਰੱਖੇ ਹੋਏ ਨੇ। ਔਰ ਜਿਹੜੇ ਉਹ ਕੰਮ ਕਰਵਾ ਵੀ ਰਹੇ ਨੇ ਅੱਜ, ਜਿੱਥੇ ਜਿਹੜੇ ਨੀਂਹ ਪੱਥਰ ਰੱਖ ਰਹੇ ਨੇ, ਭਾਵੇਂ ਆ ਗਰਿੱਲਾਂ ਲੱਗ ਰਹੀਆਂ ਨੇ, ਇਹ ਵੀ ਡਾਕੂਮੈਂਟਰੀ ਪ੍ਰੂਫ ਆ ਬਕਾਇਦਾ ਤੌਰ ਤੇ ਵੀ ਇਹ ਸਾਡੇ ਪਾਸ ਕੀਤੇ ਹੋਏ ਨੇ, ਸਾਡੇ ਹੀ ਟੈਂਡਰ ਲਾਏ ਹੋਏ ਨੇ। ਟੈਂਡਰ ਜਿਹੜੇ ਉਹਨਾਂ ਰੁਕਵਾਤੇ ਸੀ ਉਹਨਾਂ ਨੂੰ ਹੁਣ ਖੁਲਵਾ ਕੇ ਜਗ੍ਹਾ ਜਗ੍ਹਾ ਤੇ ਪੱਥਰ ਲਾਉਂਦੇ ਘੁੰਮ ਰਹੇ ਨੇ। ਇਹ ਸਰਦਾਰ ਬਲਵੀਰ ਸਿੰਘ ਸਿੱਧੂ ਦੀ ਆਪਣੀ ਕਾਰਜਕਾਰੀ ਹੈ। ਤਾਂ ਅਸੀਂ ਇਹ ਜਿਹੜੇ ਪਾਰਕਾਂ ਦਾ ਜਿਹੜਾ ਰੱਖ ਰਖਾਓ ਆ ਇਹਨੂੰ ਵੀ ਯਕੀਨੀ ਬਣਾਇਆ, ਜਿੰਨੀ ਕਿ ਸਾਡੇ ਕੋਲ ਆਮਦਨ ਸੀ, ਜਿੰਨਾ ਕਿ ਸਾਡੇ ਕੋਲ ਪੈਸਾ ਸੀ। ਉਸ ਤੋਂ ਬਾਅਦ ਅਸੀਂ ਦੋ ਜਿਹੜੇ ਕੰਮ ਮੈਂ ਤੁਹਾਨੂੰ ਜ਼ਰੂਰੀ ਦੱਸਣਾ ਚਾਹੁੰਦਾ ਉਹ ਇਹ ਸੀ ਬਈ ਇਹ ਉਹ ਕੰਮ ਨੇ ਜਿਹੜੇ ਆਮ ਲੋਕਾਂ ਤੋਂ ਹਟ ਕੇ ਨੇ। ਜਿੱਦਾਂ ਮਤਲਬ ਸਾਨੂੰ ਪਤਾ ਵੀ ਸਾਡਾ ਘਰ ਦੇ ਅੱਗੇ ਸੜਕ ਟੁੱਟੀ ਹੋਈ ਠੀਕ ਕਰਾਉਣੀ ਆ, ਸਟਰੀਟ ਲਾਈਟ ਬੰਦ ਆ ਅਸੀਂ ਠੀਕ ਕਰਾਉਣੀ ਆ। ਲੇਕਿਨ ਜਿਹੜੇ ਮੈਂ ਦੋ ਕੰਮਾਂ ਦਾ ਜ਼ਿਕਰ ਕਰਦਾ ਉਹ ਆਮ ਲੋਕਾਂ ਦੀ ਮਤਲਬ ਉਹ ਸੋਚਦੇ ਨਹੀਂ ਹੈਗੇ ਜਾਂ ਸੋਚ ਨਹੀਂ ਸਕਦੇ ਕਿਉਂਕਿ ਆਪਣੇ ਅੰਡਰਗਰਾਊਂਡ ਕੀ ਚੱਲ ਰਿਹਾ ਹੈ, ਕਿੱਦਾਂ ਦਾ ਸਿਸਟਮ ਪਿਆ ਹੋਇਆ ਹੈ, ਆਮ ਬੰਦਾ ਕਦੇ ਸੋਚਦਾ ਹੀ ਨਹੀਂ ਹੈ ਵੀ ਅਸੀਂ ਸੀਵਰੇਜ ਵਰਤਦੇ ਹਾਂ ਜਾਂ ਮੀਂਹ ਦਾ ਪਾਣੀ ਹੈ, ਇੱਕ ਜਦੋਂ ਮੀਂਹ ਪੈਂਦਾ ਬਾਰਿਸ਼ ਹੁੰਦੀ ਹੈ ਤੇ ਕਿੱਥੇ ਉਹ ਜਾਂਦਾ ਤੇ ਕਿੱਥੇ ਜਾ ਕੇ ਇਹ ਨਿਕਲਦਾ ਹੈ, ਕਿਹੜੀਆਂ ਲਾਈਨਾਂ ਪਈਆਂ ਹੋਈਆਂ ਨੇ। ਆਮ ਬੰਦਾ ਕਦੇ ਬੋਲਾ ਇਹਦੇ ਬਾਰੇ ਸੋਚਦਾ ਨਹੀਂ ਹੈ। ਤੇ ਇਹ ਅਸੀਂ ਦੋ ਕੰਮ ਜਿਹੜੇ ਕਰਵਾਏ ਜ਼ਿਕਰ ਜੋ ਇਹ ਸੀ ਬਈ ਸੀਵਰੇਜ ਦੀ ਲਾਈਨ ਪਈ ਹੋਈ ਹੈ ਫਰੈਂਕੋ ਹੋਟਲ ਤੋਂ ਲੈ ਕੇ 83 ਲੱਗਿਆ ਸੀਵਰੇਜ ਟ੍ਰੀਟਮੈਂਟ ਪਲਾਂਟ, ਉਹ ਅਸੀਂ 11 ਕਿਲੋਮੀਟਰ ਲੰਬੀ ਲਾਈਨ ਆ, ਉਹ ਇੱਕੋ ਲਾਈਨ ਪਈ ਹੋਈ ਸੀ, 50 ਸਾਲ ਪੁਰਾਣੀ ਹੋ ਗਈ ਸੀ। ਜੇ ਉਹ ਲਾਈਨ ਕਿਸੇ ਪਾਸਿਓਂ ਵੀ ਟੁੱਟ ਜਾਂਦੀ, ਜਿਹੜੀ ਟੁੱਟ ਰਹੀ ਸੀ ਲਗਾਤਾਰ ਹੌਲੀ ਹੌਲੀ ਉਹਨੂੰ ਅਸੀਂ ਰਿਪੇਅਰ ਕਰਕੇ ਠੀਕ ਕਰ ਰਹੇ ਸੀ ਕਿਉਂਕਿ ਮੈਨੂੰ ਪਤਾ ਸੀ ਮੈਂ 2000 ਤੋਂ ਲੈ ਕੇ 2005 ਤੱਕ ਮੇਅਰ ਤੋਂ ਪਹਿਲਾਂ ਪ੍ਰਧਾਨ ਵੀ ਰਿਹਾ, ਮਿਊਨਿਸਪਲ ਕੌਂਸਲ ਹੁੰਦੀ ਸੀ ਉਦੋਂ ਮੈਂ ਪ੍ਰਧਾਨ ਹੁੰਦਾ ਸੀ। ਮੈਨੂੰ ਪਤਾ ਸੀ ਥੋੜ੍ਹਾ ਜਿਹਾ ਵੀ ਕਿੱਥੇ ਕਿੱਥੇ ਕੀ ਨੁਕਸਾ, ਔਰ ਮੇਰਾ ਬਿਜ਼ਨਸ ਵੀ ਇੱਦਾਂ ਦਾ, ਕਾਰੋਬਾਰ ਵੀ ਇੱਦਾਂ ਦਾ ਵੀ ਇਹ ਮੇਰਾ ਬੇਸਿਕ ਇਨਫਰਾਸਟ੍ਰਕਚਰ ਦੇ ਨਾਲ ਹੀ ਸੰਬੰਧਿਤ ਆ, ਮੈਨੂੰ ਪਤਾ ਸੀ। ਤੇ ਮੈਂ ਉਹ ਲਾਈਨ ਜਿਹੜੀ ਟੁੱਟ ਰਹੀ ਸੀ ਮੈਨੂੰ ਪਤਾ ਸੀ, ਆਉਂਦੀ ਸਾਰ ਪਹਿਲੀ ਮੀਟਿੰਗ ਦੇ ਵਿੱਚ ਬਕਾਇਦਾ ਤੌਰ ਤੇ ਸਾਰਾ ਪ੍ਰੂਫ ਹੈ। ਇਹ 26 ਕਰੋੜ ਦਾ ਐਸਟੀਮੇਟ ਮੈਂ ਲੈ ਕੇ ਗਿਆ ਔਰ 26 ਕਰੋੜ ਦਾ ਐਸਟੀਮੇਟ ਸਰਕਾਰ ਨੂੰ ਭੇਜਿਆ, ਸਟੇਟ ਸਰਕਾਰ ਨੇ ਸੈਂਟਰ ਨੂੰ ਭੇਜਿਆ ਤੇ ਸੈਂਟਰ ਸਰਕਾਰ ਨੇ ਉਹਨੂੰ 3.5 ਸਾਲ ਦੀਆਂ ਮੇਰੀਆਂ ਕੋਸ਼ਿਸ਼ਾਂ ਤੋਂ ਬਾਅਦ ਪਾਸ ਕੀਤਾ ਤੇ ਪਾਸ ਕਰਕੇ 50% ਸੈਂਟਰ ਸਰਕਾਰ ਨੇ ਪੈਸੇ ਦਿੱਤੇ ਸਾਨੂੰ, ਉਹਦੇ ਵਿੱਚੋਂ 30% ਸਟੇਟ ਸਰਕਾਰ ਨੇ ਦਿੱਤੇ ਤੇ 20% ਅਸੀਂ ਆਪਦੇ ਕੋਲੋਂ ਖਰਚਿਆ। ਤੇ ਜਿਹੜੀ ਇਹ ਲਾਈਨ ਪੈ ਰਹੀ ਆ ਫਰੈਂਕੋ ਹੋਟਲ ਲੈ ਕੇ ਨਵੀਂ ਲਾਈਨ ਲੇਟੈਸਟ ਟੈਕਨੋਲੋਜੀ ਨਾਲ ਪੈ ਰਹੀ ਆ ਔਰ ਆਉਣ ਵਾਲੇ 50 ਸਾਲ ਤੋਂ ਲੈ ਕੇ 100 ਸਾਲ ਤੱਕ ਮੋਹਾਲੀ ਦੇ ਵਿੱਚ ਮੈਂ ਦਾਅਵਾ ਕਰਦਾ ਇਸ ਗੱਲ ਦਾ ਵੀ ਕੋਈ ਵੀ ਸੀਵਰੇਜ ਦੀ ਸਮੱਸਿਆ ਨਹੀਂ ਆ ਸਕਦੀ। ਦੂਸਰਾ ਕੰਮ ਉਸੇ ਮੀਟਿੰਗ 'ਚ ਮੈਂ ਹੋਰ ਲੈ ਕੇ ਗਿਆ ਸੀ, ਮੈਨੂੰ ਪਤਾ ਸੀ ਵੀ 35-40 ਸਾਲ ਹੋ ਗਏ ਜਿਹੜਾ ਪਾਣੀ ਹੈ ਇਹਨੂੰ ਟਰੀਟ ਕਰਨ ਦਾ ਜਿਹੜਾ ਸਿਸਟਮ ਆ ਉਹ ਖਤਮ ਹੋ ਚੁੱਕਿਆ, ਆਊਟਡੇਟਡ ਹੋ ਚੁੱਕਿਆ, ਪੁਰਾਣੀ ਟੈਕਨੋਲੋਜੀ ਸੀ। ਤੇ ਉਸੇ ਮੀਟਿੰਗ ਦੇ ਵਿੱਚ ਮੈਂ ਉਹ ਲੈ ਕੇ ਗਿਆ ਐਸਟੀਮੇਟ 15 ਕਰੋੜ ਰੁਪਏ ਦਾ, ਉਹ ਵੀ ਉਸੇ ਸਿਸਟਮ ਦੇ ਵਿੱਚ ਸਟੇਟ ਨੂੰ ਭੇਜਿਆ, ਸੈਂਟਰ ਨੂੰ ਭੇਜਿਆ, ਸੈਂਟਰ ਨੇ ਪਾਸ ਕਰਕੇ ਭੇਜਿਆ, ਉਹਦੇ ਵੀ ਟੈਂਡਰ ਲੱਗ ਚੁੱਕੇ ਨੇ ਨਾ, ਟੈਂਡਰ ਲਾਏ ਤੇ ਵਰਕ ਆਰਡਰ ਦਿੱਤਾ, ਕੰਮ ਚੱਲ ਰਿਹਾ। ਸਾਰੀ ਮਸ਼ੀਨਰੀ ਹੈ ਜਿਹੜੀ ਟ੍ਰੀਟਮੈਂਟ ਪਲਾਂਟ ਦੀ ਉਹ ਚੇਂਜ ਹੋ ਰਹੀ ਹੈ, ਅਪਗ੍ਰੇਡ ਹੋ ਰਹੀ ਹੈ, ਜਿੱਥੇ ਜਿੱਥੇ ਪਾਈਪਾਂ ਟੁੱਟ ਗਈਆਂ ਨੇ ਉਹਨਾਂ ਨੂੰ ਨਵਾਂ ਪਾਇਆ ਜਾ ਰਿਹਾ ਹੈ। ਔਰ ਆਉਣ ਵਾਲੇ 20-25 ਸਾਲ ਦੀ ਗਰੰਟੀ ਇਹਦੀ ਵੀ ਆ ਵੀ ਵਾਟਰ ਸਪਲਾਈ ਤੁਹਾਨੂੰ ਨਿਰੰਤਰਨ ਔਰ ਸਾਫ਼ ਸੁਥਰਾ ਪਾਣੀ ਹੈ ਜਿਹੜਾ ਆਉਣ ਵਾਲੇ 20-25 ਸਾਲ ਲਈ ਪੱਕਾ ਕਰਤਾ ਵੀ ਕੋਈ ਕਿਸੇ ਕਿਸਮ ਦੀ ਗੜਬੜ ਜਾਂ ਖਰਾਬ ਤੁਹਾਨੂੰ ਪਾਣੀ ਨਹੀਂ ਮਿਲ ਸਕਦਾ ਹੈਗਾ। ਅਸੀਂ ਇਹ ਦੋ ਕੰਮ ਆਪਣੀ ਟਰਮ ਦੇ ਵਿੱਚ ਜਿਹੜੇ ਕੀਤੇ ਉਹ ਅਲੱਗ ਸੀ, ਜਿਹੜੇ ਸਰਕਾਰ ਦੀ ਸਹਾਇਤਾ ਦੇ ਨਾਲ, ਸਟੇਟ ਸਰਕਾਰ ਦੀ ਹੈਲਪ ਦੇ ਨਾਲ ਤੇ ਸੈਂਟਰ ਸਰਕਾਰ ਦੀ ਹੈਲਪ ਦੇ ਨਾਲ ਜਿਹੜੇ ਅਸੀਂ ਇਹ ਕੀਤੇ, ਇਹ ਦੋ ਕੰਮ ਅਸੀਂ ਕੀਤੇ ਨੇ। ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਜੇ ਤੁਸੀਂ ਸਾਨੂੰ ਮੌਕਾ ਦਿਓਗੇ ਤਾਂ ਅਸੀਂ ਜ਼ਰੂਰ ਇੱਦਾਂ ਦੇ ਜਿਹੜੇ 2-4 ਹੋਰ ਕੰਮ ਨੇ ਇਹ ਅਸੀਂ ਕਰਾਉਣ ਦੀ ਤੁਹਾਨੂੰ ਯਕੀਨ ਦਿਵਾਉਂਦੇ ਆ। ਔਰ ਦੂਸਰੀ ਇੱਕ ਗੱਲ ਮੈਂ ਹੋਰ ਕਰਨੀ ਹੈ, ਉਹ ਹੈਗੀ ਸਾਡੀ MLA ਸਾਹਿਬ ਜਿਹੜੇ ਆਪਾਂ ਬਣਾਏ ਨੇ ਤੇ ਹੁਣ ਮੰਤਰੀ ਸਾਹਿਬਾਨ ਨੇ ਉਹਨਾਂ ਦੀ। ਮੈਂ ਇਹ ਸੋਚਦਾ ਵੀ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਵੀ ਸਾਨੂੰ ਜਿਹੜੇ ਆਪਾਂ ਨੇ ਚੁਣਨੇ ਨੇ ਚੰਗੇ ਬੰਦੇ ਚੁਣੀਏ ਤੇ ਉਹਨਾਂ ਨੂੰ ਜਵਾਬਦੇਹ ਬਣਾਈਏ, ਉਹਨਾਂ ਨੂੰ ਆਪਾਂ ਪੁੱਛੀਏ ਵੀ ਸਾਡੇ ਲਈ ਤੁਸੀਂ ਕੀ ਕੀਤਾ। ਤਾਂ MLA ਜਿਹੜੇ ਅਸੀਂ ਬਣਾਏ ਪਿਛਲੇ 3 ਟਰਮਾਂ ਦੇ ਵਿੱਚ ਸਰਦਾਰ ਬਲਵੀਰ ਸਿੰਘ ਨੂੰ ਆਪਾਂ ਜਿਤਾਇਆ, ਵੱਡੇ ਫਰਕ ਨਾਲ ਜਿਤਾਇਆ, ਵੱਡਾ ਮਾਣ ਦਿੱਤਾ।
ਪਹਿਲੇ 2 ਟਰਮ ਤਾਂ ਉਹਨਾਂ ਨੇ ਇਹ ਕਿਹਾ ਵੀ ਸਾਡੀ ਸਰਕਾਰ ਨਹੀਂ ਹੈਗੀ। ਉਹਨਾਂ ਨੇ 15 ਸਾਲ 'ਚ ਕੁਝ ਨਹੀਂ ਕੀਤਾ। ਪਹਿਲਾਂ ਤਾਂ ਨੰਬਰ 1 ਮੈਂ ਲੈਣ ਦੱਸ ਦਵਾਂ ਤੁਹਾਨੂੰ। ਫਿਰ ਦੂਸਰੀ ਗੱਲ ਵੀ ਉਹਨਾਂ ਨੇ ਕਿਹਾ ਵੀ 10 ਸਾਲ ਸਾਡੀ ਸਰਕਾਰ ਨਹੀਂ ਸੀ, ਇਸ ਕਰਕੇ ਅਸੀਂ ਕੰਮ ਨਹੀਂ ਕਰ ਸਕੇ। 2 ਟਰਮਾਂ ਤਾਂ ਉਹਨਾਂ ਕੋਲ ਬਹਾਨਾ ਸੀ ਵੀ ਕਿਉਂਕਿ ਸਰਕਾਰ ਹੀ ਇਹ ਕਾਂਗਰਸ ਦੇ ਐਮਐਲਏ ਸੀ, ਸਰਕਾਰ ਅਕਾਲੀਆਂ ਦੀ ਸੀ, ਅਸੀਂ ਕੁਝ ਨਹੀਂ ਕਰ ਸਕੇ ਹੈਗੇ ਕਿਉਂਕਿ ਸਰਕਾਰ ਆਪੋਜੀਸ਼ਨ ਦੀ ਹੈ। ਐਦਾਂ ਕੁਝ ਨਹੀਂ ਹੁੰਦਾ ਹੈਗਾ। ਭਾਵੇਂ ਸਰਕਾਰ ਆਪੋਜੀਸ਼ਨ ਦੀ ਹੋਵੇ, ਜਿਨ੍ਹਾਂ ਨੇ ਕੰਮ ਕਰਾਉਣਾ, ਜਿਨ੍ਹਾਂ ਦਾ ਵਿਜ਼ਨ ਆ, ਜਿਹਨਾਂ ਦੀ ਸੋਚ ਆ, ਉਹ ਕੰਮ ਕਰਾ ਲੈਂਦੇ ਨੇ। ਅਸੀਂ ਵੀ ਸੋਚ ਲਿਆ ਵੀ ਚਲੋ ਛੱਡੋ 10 ਸਾਲ ਇਹਨਾਂ ਨੂੰ ਮਾਫ ਕਰ ਦਈਏ। ਹੁਣ ਉਹ ਪਿਛਲੇ 4 ਸਾਲ ਤੋਂ ਮੰਤਰੀ ਨੇ, ਔਰ ਮੰਤਰੀ ਵੀ ਵੱਡੇ ਮਹਿਕਮੇ ਦੇ ਨੇ। ਇੱਕ ਸਿੰਗਲ ਕੰਮ ਵੀ ਜਿੱਦਣ ਦੇ ਇਹ ਐਮਐਲਏ ਬਣੇ ਨੇ ਤੇ ਮਿਨਿਸਟਰ ਬਣੇ ਨੇ ਮੋਹਾਲੀ ਵਾਸਤੇ ਨਹੀਂ ਕੀਤਾ। ਇਹ ਮੇਰਾ ਦਾਅਵਾ ਹੈ। ਜਦੋਂ ਉਹ ਆਉਣ ਤੁਹਾਡੇ ਕੋਲ, ਉਹਨਾਂ ਨੂੰ ਸਤਿਕਾਰ ਦੇ ਨਾਲ ਜ਼ਰੂਰ ਪੁੱਛਿਓ ਵੀ ਕੋਈ ਇੱਕ ਕੰਮ ਆਪਣਾ ਐਸਾ ਦੱਸੋ ਜਿਹੜਾ ਤੁਸੀਂ ਮੋਹਾਲੀ ਲਈ ਕੀਤਾ। ਉਹਨਾਂ ਨੇ ਜਦੋਂ ਆਉਣਾ ਤੁਹਾਡੇ ਕੋਲ, ਉਹਨਾਂ ਨੇ ਸਿਰਫ ਇਲਜ਼ਾਮਬਾਜ਼ੀ ਕਰਨੀ ਹੈ, ਦੂਜਿਆਂ ਨੂੰ ਮਾੜਾ ਕਹਿਣਾ, ਦੂਜਿਆਂ ਦੀਆਂ ਗਲਤੀਆਂ ਕੱਢਣੀਆਂ ਨੇ, ਲੇਕਿਨ ਆਪਦੀ ਪ੍ਰਾਪਤੀ ਉਹਨਾਂ ਨੇ ਕੋਈ ਨਹੀਂ ਗਣਾਉਣੀ ਕਿਉਂਕਿ ਉਹਨਾਂ ਕੋਲ ਗਣਾਉਣ ਵਾਲੀ ਕੋਈ ਗੱਲ ਹੈ ਹੀ ਨਹੀਂ। ਐਡਾ ਵੱਡਾ ਮਹਿਕਮਾ, ਐਡੇ ਵੱਡੇ ਮੰਤਰੀ, 4 ਸਾਲ ਨਾ ਕੋਈ ਹਸਪਤਾਲ, ਨਾ ਕਾਲਜ, ਨਾ ਕੋਈ ਸਕੂਲ, ਨਾ ਕੋਈ ਵੱਡੀ ਫੈਕਟਰੀ, ਨਾ ਕੋਈ ਵੱਡਾ ਪ੍ਰੋਜੈਕਟ ਇੱਥੇ ਇਹ ਲਿਆਉਣ 'ਚ ਕਾਮਯਾਬ ਹੋ ਸਕੇ ਨੇ। ਕਾਮਯਾਬ ਤਾਂ ਹੋਣਗੇ ਜੇ ਉਹਦੀ ਸੋਚ, ਉਹਨਾਂ ਦੀ ਸੋਚ ਹੋਊਗੀ ਵੀ ਅਸੀਂ ਆਹ ਕੰਮ ਕਰਨਾ। ਈਵਨ ਡਿਸਪੈਂਸਰੀ ਵੀ ਨਹੀਂ ਕੋਈ ਲਿਆ ਸਕੇ ਨਵੀਂ, ਹਾਲਾਂਕਿ ਹੈਲਥ ਮਿਨਿਸਟਰ ਨੇ। ਔਰ ਮੈਨੂੰ ਤਾਂ ਇਹ ਲੱਗਦਾ, ਮੈਂ ਹਰ ਜਗ੍ਹਾ ਜ਼ਿਕਰ ਕਰਦਾ ਵੀ 4 ਸਾਲ 'ਚ ਇੱਕ ਕੈਂਪ ਵੀ ਨਹੀਂ ਲਾਇਆ ਹੋਣਾ ਗਰੀਬਾਂ ਵਾਸਤੇ। ਫ੍ਰੀ ਮੈਡੀਕਲ ਕੈਂਪ, ਸਾਰਾ ਅਮਲਾ ਫੈਲਾ ਉਹਨਾਂ ਦੇ ਅੰਡਰ ਹੈ। ਇੱਕ ਫ੍ਰੀ ਮੈਡੀਕਲ ਕੈਂਪ ਵੀ ਨਹੀਂ ਕਿਸੇ ਗਰੀਬਾਂ ਵਾਸਤੇ ਲਾਇਆ ਹੋਣਾ। ਸ਼ਾਇਦ ਤੁਸੀਂ ਸੁਣਿਆ ਹੋਵੇ, ਮੈਂ ਤਾਂ ਨਹੀਂ ਸੁਣਿਆ ਹੈਗਾ। ਤੁਸੀਂ, ਮੇਰੀ ਬੇਨਤੀ ਹੈ ਵੀ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਪੁੱਛਿਓ। ਹੋਰ ਤਾਂ ਹੋਰ ਵਾਅਦੇ ਵੀ ਉਹਨਾਂ ਨੇ ਬਹੁਤ ਕੀਤੇ ਸੀ, ਲੇਕਿਨ ਕੋਈ ਵਾਅਦਾ ਪੂਰਾ ਨਹੀਂ ਕੀਤਾ। ਇੱਕ ਵਾਅਦਾ ਜ਼ਰੂਰ ਯਾਦ ਕਰਾਇਓ ਉਹਨਾਂ ਦੇ ਜਦੋਂ ਆਉਣ ਕਿਤੇ ਨਾ ਜੀ, ਉਹ ਸੀ ਪ੍ਰਾਪਰਟੀ ਟੈਕਸ ਦਾ। ਉਹਨਾਂ ਨੇ ਇਹ ਕਿਹਾ ਸੀ ਵੀ ਜਿੱਦਣ ਮੈਂ ਬਣ ਗਿਆ ਐਮਐਲਏ ਤੇ ਮੇਰੀ ਸਰਕਾਰ ਆ ਗਈ, ਮੈਂ ਪ੍ਰਾਪਰਟੀ ਟੈਕਸ ਪਹਿਲੇ ਦਿਨ ਮਾਫ ਕਰੂੰਗਾ ਮੋਹਾਲੀ ਦਾ। ਅੱਜ 4 ਸਾਲ ਹੋ ਗਏ ਤੇ 6-7 ਮਹੀਨੇ 8 ਮਹੀਨੇ ਰਹਿ ਗਏ ਸਰਕਾਰ ਨੂੰ। ਦਸੰਬਰ ਦੇ ਵਿੱਚ ਮਤਲਬ ਲੱਗ ਜਾਣਾ ਹੈ ਕੋਡ ਆਫ ਕੰਡਕਟ, ਨਵੀਂ ਸਰਕਾਰ ਬਣ ਜਾਣੀ 2022 ਨੂੰ। ਮਤਲਬ 4 ਸਾਲ ਦੇ ਵਿੱਚ ਕਿਸੇ ਨੂੰ ਚਿੱਠੀ ਨਹੀਂ ਲਿਖੀ ਉਹਨਾਂ ਨੇ, ਕਿਸੇ ਡਿਪਾਰਟਮੈਂਟ ਨੂੰ, ਕਿਸੇ ਅਸੈਂਬਲੀ 'ਚ ਨਹੀਂ ਜਾ ਕੇ ਬੋਲਿਆ, ਕਿਸੇ ਕਾਰਪੋਰੇਸ਼ਨ ਦੇ ਹਾਊਸ ਵਿੱਚ ਨਹੀਂ ਆ ਕੇ ਕਿਹਾ ਵੀ ਟੈਕਸ ਮਾਫ ਕਰਨਾ ਹੈ। ਕਿਤੇ ਵੀ ਉਹਨਾਂ ਨੇ ਜ਼ਿਕਰ ਵੀ ਨਹੀਂ ਕੀਤਾ ਹੈਗਾ। ਉਹਨੂੰ ਪੁੱਛ ਲਿਓ ਵੀ ਕੋਈ ਚਿੱਠੀ ਲਿਖੀ ਹੋਈ ਉਹ ਦਿਖਾ ਦੇ ਮੁੱਖ ਮੰਤਰੀ ਨੂੰ, ਜਾਂ ਕਿਆ ਕਹਿੰਦੇ ਆ ਮਿਨਿਸਟਰ ਲੋਕਲ ਗਵਰਨਮੈਂਟ ਨੂੰ ਵੀ ਸਾਡਾ ਮੋਹਾਲੀ ਦਾ ਟੈਕਸ ਮਾਫ ਹੋਣਾ ਚਾਹੀਦਾ। ਲੈ, ਮੋਹਾਲੀ ਦਾ ਟੈਕਸ ਮਾਫ ਨਹੀਂ ਕਰਾ ਸਕਿਆ। ਮਾਫ ਤਾਂ ਕੀ ਕਰਾਉਣਾ ਸੀ, ਕੋਸ਼ਿਸ਼ ਵੀ ਨਹੀਂ ਕੀਤੀ। ਚਲੋ ਕਈ ਕੰਮ ਹੋਣ ਵਾਲੇ ਵੀ ਨਹੀਂ ਹੁੰਦੇ, ਮਤਲਬ ਇਲੈਕਸ਼ਨ ਦੇ ਵਿੱਚ ਆਪਾਂ ਵਾਅਦੇ ਕਰ ਲੈਂਦੇ ਆ, ਪਰ ਐਟਲੀਸਟ ਕੋਸ਼ਿਸ਼ ਤਾਂ ਕਰਨੀ ਚਾਹੀਦੀ ਆ। ਉਹ ਕੋਸ਼ਿਸ਼ ਵੀ ਨਹੀਂ ਕੀਤੀ ਹੈਗੀ ਕਦੇ ਉਹਨੇ। ਸੋ ਇਸ ਕਰਕੇ ਮੈਂ ਇਹ ਸੋਚਦਾ ਵੀ ਆਪਾਂ ਮਾੜਾ ਮੋਟਾ ਜ਼ਰੂਰ ਪੁੱਛ ਗਿੱਛ ਕਰੀਏ ਜਿਹੜੇ ਬੰਦੇ ਨੂੰ ਆਪਾਂ ਕੀਮਤੀ ਵੋਟ ਕਹਿੰਦੇ ਆ, ਕਿ ਕੀਮਤੀ ਵੋਟ ਦਾ ਤਾਂ ਹੀ ਫਾਇਦਾ ਜੇ ਆਪਣੇ ਉਹਦੀ ਕੀਮਤ ਮੋੜਨ। ਤਾਂ ਮੇਰੀ ਬੇਨਤੀ ਇਹ ਹੈ ਵੀ ਆਪਾਂ ਜਿਹੜਾ ਕੀਮਤੀ ਵੋਟ ਜਿਹਨੂੰ ਦਿੰਦੇ ਆ ਉਹਨੂੰ ਜਵਾਬਦੇਹ ਬਣਾਏ। ਅੰਜਲੀ ਸਿੰਘ ਜੀ ਬੈਠੇ ਨੇ, ਇਹਨਾਂ ਨੂੰ ਤੁਸੀਂ ਬਣਾ ਦੇਣਾ, ਬਣਾ ਕੇ ਨਾ ਜੀ ਇਹਨਾਂ ਦਾ ਪਿੱਛਾ ਨਹੀਂ ਛੱਡਣਾ। ਹਰ 2 ਮਹੀਨੇ 4 ਮਹੀਨੇ ਬਾਅਦ ਇਹਨਾਂ ਦਾ ਜਿਹੜਾ ਚੋਣ ਮੈਨੀਫੈਸਟੋ ਇਹਨਾਂ ਦੇ ਹੱਥ 'ਚ ਬਣਾ ਦੇਣਾ ਬਈ ਤੁਸੀਂ ਆਹ ਕਰਨਾ ਸੀ, ਆਹ ਕਰਨਾ ਸੀ। ਤਾਂ ਹੀ ਇਹ ਕਰਨਗੇ। 5 ਸਾਲ ਬਾਅਦ ਨਹੀਂ ਪੁੱਛਣਾ, ਨਾਲ ਲਗਾਤਾਰ ਮਤਲਬ ਪੁਸ਼ ਕਰਨਾ ਤਾਂ ਕਿ ਇਹ ਲਗਾਤਾਰ ਚੁਕੰਦੇ ਰਹਿਣ, ਕੰਮ ਕਰਦੇ ਰਹਿਣ। ਸੋ ਮੇਰੀ ਬੇਨਤੀ ਹੈ ਲਾਸਟ ਵਿੱਚ ਹੁਣ ਤੁਹਾਨੂੰ ਸਾਰਿਆਂ ਨੂੰ ਬਈ ਆਉਣ ਵਾਲੀ 14 ਤਰੀਕ ਨੂੰ ਤੁਸੀਂ ਬਾਲਟੀ ਚੋਣ ਨਿਸ਼ਾਨ, ਬਾਲਟੀ ਚੋਣ ਨਿਸ਼ਾਨ ਦਾ ਤੁਸੀਂ ਬਟਨ ਦਬਾ ਕੇ ਇੱਕ ਆਪਣਾ ਕੀਮਤੀ ਵੋਟ ਪਾ ਕੇ ਅੰਜਲੀ ਸਿੰਘ ਨੂੰ ਵੱਡੇ ਫਰਕ ਨਾਲ ਜਿਤਾਓ। ਮੈਂ ਤੁਹਾਨੂੰ ਇਸ ਗੱਲ ਦੀ ਗਰੰਟੀ ਦਿੰਦਾ ਬਈ ਸਾਫ਼ ਸੁਥਰਾ ਪ੍ਰਸ਼ਾਸਨ, ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ, ਜਿੰਨਾ ਕੁ ਮੈਂ ਕਰ ਸਕਿਆ। ਸਾਡੇ ਤੇ ਕੋਈ ਉਂਗਲੀ ਨਹੀਂ ਉਠਾ ਸਕਦਾ ਹੈਗਾ। ਮੈਂ ਹਰ ਜਗ੍ਹਾ ਦਾਅਵਾ ਕਰਦਾ ਵੀ ਕਦੇ 5 ਸਾਲ, ਇਸ ਵਾਰੀ ਤੇ 5 ਸਾਲ ਮੈਂ ਪ੍ਰਧਾਨ ਰਿਹਾ, ਕੋਈ ਕਿਸੇ ਦਾ ਚਾਹ ਦੇ ਕੱਪ ਦਾ ਵੀ ਮੈਂ ਰਵਾਦਾਰ ਨਹੀਂ ਹੈਗਾ। ਮੈਂ ਇਹ ਗਰੰਟੀ ਹਰ ਜਗ੍ਹਾ ਦਿੰਦਾ, ਕਹਿੰਦਾ ਵੀ ਹਾਂ। ਨਾ ਹੀ ਮੇਰੇ ਗਰੁੱਪ ਦਾ ਕੋਈ ਮੈਂਬਰ ਨਾ ਪਹਿਲਾਂ ਨਾ ਹੋਣਾ। ਹੁਣ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਹਾਨੂੰ ਇੱਦਾਂ ਦੇ ਪ੍ਰਸ਼ਾਸਨ ਮਿਲੂ, ਇੱਦਾਂ ਦੇ ਸਾਫ਼ ਸੁਥਰਾ ਕੰਮ ਮਿਲੂ, ਕੁਆਲਿਟੀ ਵਾਲਾ ਕੰਮ ਮਿਲੂਗਾ। ਔਰ ਆਪਾਂ ਦੇ ਰਲ ਮਿਲ ਕੇ ਹੁਣ ਪੱਥਰ ਬਹੁਤ ਲਾਤੇ ਮੋਹਾਲੀ ਦੇ ਵਿੱਚ, ਸਾਰੀਆਂ ਆਪਾਂ ਦੇ ਪੱਕੀਆਂ ਕਰਦੀਆਂ ਸੜਕਾਂ ਵੀ, ਫੁੱਟਪਾਥ ਵੀ, ਜਿਹੜੇ ਰਹਿ ਗਏ ਥੋੜੇ ਬਹੁਤੇ ਉਹ ਵੀ ਕਰ ਦਾਂਗੇ। ਇਹ ਕੰਮ ਕੰਪਲੀਟ ਹੋ ਗਏ। ਹੁਣ ਆਪਾਂ ਨੇ ਮੋਹਾਲੀ ਨੂੰ ਹਰਾ ਭਰਿਆ ਔਰ ਪੋਲਿਊਸ਼ਨ ਰਹਿਤ ਬਣਾਉਣਾ। ਆਉਣ ਵਾਲੇ 5 ਸਾਲ ਦੇ ਵਿੱਚ ਆਪਾਂ ਮੋਹਾਲੀ 'ਚ ਵਧੀਆ ਫੁੱਲ ਤੇ ਫਲਦਾਰ ਦਰਖਤ, ਹਰ ਪਾਰਕਾਂ ਦੇ ਵਿੱਚ ਘਾਹ, ਹਰ ਪਾਰਕਾਂ 'ਚ ਫੁੱਲ, ਹਰ ਪਾਰਕਾਂ ਦੇ ਵਿੱਚ ਇੱਕ ਵਧੀਆ ਆਪਾਂ ਨੇ এনवायरमेंट ਨੂੰ ਆਪਾਂ ਨੇ ਕ੍ਰੀਏਟ ਕਰਨਾ। ਔਰ ਹਰ ਬਰਮ ਨੇ ਜਿਹੜੇ ਰੋਡ ਬਰਮ, ਮਾਰਕੀਟਾਂ ਦੇ ਵਿੱਚ ਜਿੱਥੇ ਜਿੱਥੇ ਬਰਮ ਬਣੇ ਹੋਏ ਨੇ
ਉਹਨਾਂ ਨੂੰ ਆਪਾਂ ਹਰਿਆ ਭਰਿਆ ਬਣਾ ਕੇ ਇੱਕ ਅਲੱਗ ਕਿਸਮ ਦਾ ਸ਼ਹਿਰ ਆ ਜਿਹੜਾ ਉਹ ਬਣਾਉਣਾ ਹੈ, ਤੇ ਇਹਦੇ ਵਿੱਚ ਤੁਸੀਂ ਸਾਨੂੰ ਸਹਿਯੋਗ ਦਿਓ। ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਔਰ ਫਿਰ ਮੈਂ ਲਾਸਟ ਵਿੱਚ ਇੱਕ ਵਾਰੀ ਫਿਰ ਚੋਣ ਨਿਸ਼ਾਨ ਬਾਲਟੀ ਔਰ ਅੰਜਲੀ ਸਿੰਘ, ਇਹ ਨਹੀਂ ਭੁੱਲਣਾ, 14 ਤਰੀਕ ਤੇ ਦਿਨ ਐਤਵਾਰ ਤੁਸੀਂ ਆਪਣਾ ਇੱਕ ਕੀਮਤੀ ਵੋਟ ਪਾ ਕੇ ਇਹ ਬਾਲਟੀ ਪੂਰੀ ਵੋਟਾਂ ਦੇ ਨਾਲ ਭਰ। ਬਸ ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਥੈਂਕ ਯੂ। ਸੋ ਕੁਲਵੰਤ ਸਿੰਘ ਜੀ ਨੇ ਬੜੇ ਹੀ ਡਿਟੇਲ ਦੇ ਵਿੱਚ ਆਪਾਂ ਨੂੰ ਜੋ ਪਿਛਲੇ ਸਮੇਂ ਦੇ ਵਿੱਚ ਕੰਮ ਕੀਤੇ, ਉਹ ਜਿਹੜਾ ਇਹਨਾਂ ਦਾ ਅਗਲਾ ਵਿਜ਼ਨ, ਅਗਲੀ ਸੋਚ ਹੈ, ਉਹਦੇ ਬੜੇ ਖੁੱਲ੍ਹ ਕੇ ਵਿਚਾਰ ਰੱਖੇ ਨੇ। ਜਿਹੜੇ ਇੱਥੇ ਆਏ ਹੈ ਆਪਣੇ ਬਿਜ਼ੀ ਸ਼ਡਿਊਲ 'ਚੋਂ ਥੋੜ੍ਹਾ ਟਾਈਮ ਕੱਢ ਕੇ, ਸਰਦਾਰ ਮੇਅਰ, ਸਾਡੇ ਮੇਅਰ ਸਰਦਾਰ ਕੁਲਵੰਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇੰਨੇ ਆਪਣੇ ਬਿਜ਼ੀ ਸ਼ਡਿਊਲ 'ਚੋਂ ਥੋੜ੍ਹਾ ਟਾਈਮ ਕੱਢਿਆ ਮੇਰੇ ਲਈ, ਸਾਡੇ ਲਈ, ਔਰ ਮੇਰੇ 21 ਨੰਬਰ ਵਾਰਡ ਦੇ ਸਾਰੇ ਵਾਸੀਆਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਤੁਸੀਂ ਸਾਰੇ ਆਏ ਔਰ ਇਸ ਫੰਕਸ਼ਨ ਨੂੰ ਚਾਰ ਚੰਨ ਲਾਇਆ। ਮੈਂ ਇਹੀ ਕਹਿ ਸਕਦੀ ਹਾਂ ਕਿ ਤੁਸੀਂ ਮੈਨੂੰ ਬਾਲਟੀ ਤੇ 14 ਤਰੀਕ ਨੂੰ ਮੋਹਰ ਲਾ ਕੇ ਮੈਨੂੰ ਜਿਤਾਓ, ਮੈਨੂੰ ਜੇਤੂ ਬਣਾਓ, ਔਰ ਮੈਂ ਤੁਹਾਡੇ ਸਾਰਿਆਂ ਦੀ ਉਮੀਦਾਂ ਤੇ ਖਰੀ ਉਤਰਾਂਗੀ। ਜਿੱਦਾਂ ਸਾਡੇ ਸਤਿਕਾਰਯੋਗ ਸਰਦਾਰ ਅਮਰੀਕ ਸਿੰਘ ਨੇ ਸਾਰੇ ਕੰਮ ਕੀਤੇ ਹੈ, ਉੱਦਾਂ ਹੀ ਮੈਂ ਆਪਣੇ ਪੂਰੇ ਦਿਲੋਂ ਸਾਰਿਆਂ ਦਾ, ਸਾਰੇ ਵਾਰਡ ਦਾ ਵਿਕਾਸ ਕਰਾਂਗੀ ਔਰ ਪੂਰਾ ਦਿਲੋਂ ਜਾਨ ਲਾਵਾਂਗੀ ਕਿ ਸਾਰੇ ਕੰਮ ਤਰੀਕੇ ਨਾਲ ਕਰੇ ਜਾਣ ਔਰ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ। ਔਰ ਹਮੇਸ਼ਾ ਮੇਰਾ ਸਾਥ ਦਿਓ, ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ। ਧੰਨਵਾਦ। ਤੋ ਸਾਰੀ ਸੰਗਤ ਨੂੰ ਬੇਨਤੀ ਹੈ, ਮੈਂ ਕਾਕਾ ਅਰਸ਼ਦੀਪ ਦਾ ਧੰਨਵਾਦੀ ਹਾਂ। ਇਹਨਾਂ ਨੇ ਇੱਕ ਕਿਸਾਨਾਂ ਪ੍ਰਤੀ ਹੋਰ ਗੀਤ ਵੀ ਰੱਖਣਾ ਸੀਗਾ, ਆਪਣੇ ਵਿਚਾਰ ਪ੍ਰਗਟ ਕਰਨੇ ਸੀ। ਵੀ ਜਿਹੜਾ ਸਾਡੇ ਕਿਸਾਨ ਵੀਰ ਆਪਣੇ ਸੱਚੇ ਸੁੱਚੇ ਕਾਜ ਵਾਸਤੇ ਬੈਠੇ ਹਨ, ਜਿਹੜਾ ਕਿ ਦੇਸ਼ ਦਾ ਅੰਨਦਾਤਾ ਹੈ, ਉਹਨੂੰ ਪਰਮਾਤਮਾ ਸਫਲਤਾ ਬਖਸ਼ੇ। ਔਰ ਜਿਹੜਾ ਸਾਡਾ ਕੇਂਦਰ ਸਰਕਾਰ ਦੇ ਵਿੱਚ ਮੌਜੂਦਾ ਸਰਕਾਰ ਬੈਠੀ ਹੈ, ਉਹਨੂੰ ਸਮਰਥ ਬਖਸ਼ੇ, ਕਿਉਂਕਿ ਦੇਸ਼ ਦਾ ਹਰ ਬੁੱਧੀਜੀਵੀ, ਹਰ ਬਹੁਤ ਹੀ ਸਿਆਣਾ ਵਰਗ ਹੈ, IAS PCS IPS, ਔਰ ਸਾਡੇ ਸਰਕਾਰ ਵੀ ਪੇਸ਼ਕਸ਼ ਕਰਨ ਲੱਗੇ। ਉਮੀਦ ਹੈ ਤੁਹਾਨੂੰ ਪਸੰਦ ਆਵੇ। ਹੋ ਕੀ ਨੇ ਦੁਨੀਆ ਦੇ ਮੰਜ਼ਰ, ਖਾਲੀ ਹੱਥੀ ਗਿਆ ਸਿਕੰਦਰ। ਹੋ ਕੀ ਨੇ ਦੁਨੀਆ ਦੇ ਮੰਜ਼ਰ, ਖਾਲੀ ਹੱਥੀ ਗਿਆ ਸਿਕੰਦਰ। ਅੰਤ ਨੂੰ ਜਿੱਤਣ ਵਾਲਿਆਂ ਨੂੰ ਪਈ ਅੰਤ ਹਾਰਨੀ ਬਾਜ਼ੀ। ਉਹਦਿਆਂ ਰੰਗਾਂ ਨੂੰ ਹਾਨੀਆਂ, ਉਹਦਿਆਂ ਰੰਗਾਂ ਨੂੰ ਯੋ ਜਾਣੇ। ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ, ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ, ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ। ਹੋ ਕਈਆਂ ਦੇ ਕੋਲ ਪੁੱਤ, ਕਈਆਂ ਦੇ ਕੋਲ ਧੀ ਵੀ ਨਹੀਂ। ਹੋ ਕਈਆਂ ਕੋਲ ਮੰਜ਼ਲ, ਕਈਆਂ ਕੋ ਕੁੱਲੀ ਵੀ ਨਹੀਂ। ਹੋ ਕਈਆਂ ਦੇ ਕੋਲ ਪੁੱਤ, ਕਈਆਂ ਦੇ ਕੋਲ ਧੀ ਵੀ ਨਹੀਂ। ਕਈਆਂ ਕੋਲ ਮਹੱਲ, ਕਈਆਂ ਕੋ ਕੁੱਲੀ ਵੀ ਨਹੀਂ। ਕਈਆਂ ਕੋਲ ਮੰਜ਼ਲ, ਕਈਆਂ ਦੇ ਕੋਲ ਰਾਵੀ ਨਹੀਂ, ਰਾਵੀ ਨਹੀਂ, ਰਾਵੀ ਨਹੀਂ। ਹੋ ਕਈ ਵਾਰੀ ਕੰਡਿਆਂ ਤੇ ਆ ਕੇ, ਕਈ ਵਾਰੀ ਕੰਡਿਆਂ ਤੇ ਆ ਕੇ ਚੁੱਕ ਜਾਂਦੇ ਨੇ ਬਾਜ਼ੀ। ਉਹਦਿਆਂ ਰੰਗਾਂ ਨੂੰ ਹਾਨੀਆਂ, ਉਹਦਿਆਂ ਰੰਗਾਂ ਨੂੰ, ਉਹਦਿਆਂ ਰੰਗਾਂ ਨੂੰ ਯੋ ਜਾਣੇ। ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ, ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ, ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ। ਹੋ ਸੋਚ ਵੀ ਸਚਾਵੇ, ਨਾਲੇ ਕੰਮ ਵੀ ਕਰਾਵੇ। ਉਹ ਰੰਗ ਨੂੰ ਰਾਜੇ ਦੀ ਥਾਵੇਂ ਆਪ ਹੀ ਬਿਠਾਵੇ। ਫਿਰ ਉਸ ਨੂੰ ਉਹ ਚੜ੍ਹਦੀ ਕਲਾ ਆਪ ਹੀ ਦਿਖਾਵੇ। ਉਹ ਇੱਕ ਪਲ ਵੀ ਦੂਰ ਨਹੀਂ, ਉਹ ਇੱਕ ਪਲ ਵੀ ਦੂਰ ਨਹੀਂ, ਆਪਣੇ ਬੰਦਿਆਂ ਦਾ ਕਾਜ਼ੀ। ਉਹਦਿਆਂ ਰੰਗਾਂ ਨੂੰ ਹਾਨੀਆਂ, ਉਹਦਿਆਂ ਰੰਗਾਂ ਨੂੰ, ਉਹਦਿਆਂ ਰੰਗਾਂ ਨੂੰ ਯੋ ਜਾਣੇ।
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ, ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ, ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ। ਓ ਕੁਝ ਨਦੀਆਂ ਪਹਾੜਾਂ ਨੂੰ ਬੰਦਾ ਦੁਨੀਆ ਦੱਸੀ ਜਾਵੇ, ਪਲਕ ਚਪਕਦਿਆਂ ਹੀਆਂ ਸਾਇੰਸ ਸੋਚਾਂ ਦੇ ਵਿੱਚ ਪਾਵੇ। ਕਈ ਕਾਸ਼ਕੀ ਆਪ ਕਾਸ਼ ਉਹ ਆਪਣੇ ਵਿੱਚ ਸਮਾਵੇ, ਜਿਸ ਦਾ ਕੋਈ ਆਕਾਰ ਨਹੀਂ ਹੈ ਨਿਰੰਕਾਰ ਕਹਾਵੇ। ਹਰ ਕੋਈ ਉਸ ਦੇ ਦਰ ਤੋਂ ਮੰਗੇ, ਹਰ ਕੋਈ ਉਸ ਦੇ ਦਰ ਤੇ ਜਿਸਨੇ ਦੁਨੀਆ ਦੀ ਉਹਦੇ ਰੰਗਾਂ ਨੂੰ ਹਾਨੀਆਂ, ਉਹਦੇ ਰੰਗਾਂ ਨੂੰ, ਉਹਦੇ ਰੰਗਾਂ ਨੂੰ ਯੋ ਜਾਣੇ। ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ, ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ, ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ। ਹੋ ਸ਼ੁਕਰੀਆ ਜੀ, ਧੰਨਵਾਦ ਬਹੁਤ। मेरा पहला मौका है कुछ थोड़ा जिहा बोलने का, शायद मैं तरीके नाल ना बोल सकां। जदों भी अमरीक सिंह साहब का नाम लिया जाता है तो मैंने वो दिन याद आते ने जदों मैं भी 11 फीस प्लाट ला के मकान बना रहा सा। और मैनू याद है ਅਮਰੀਕ ਸਿੰਘ ਸਾਹਿਬ ਦੇ ਮਕਾਨ ਦੇ ਉੱਤੇ ਮੀਟਿੰਗ ਹੋਈ ਸੀ। ਉਹ ਇਹਨਾਂ ਦਾ ਪਹਿਲਾ ਚਾਂਸ ਸੀਗਾ ਕਾਉਂਸਲਰ ਵਾਸਤੇ ਇਲੈਕਸ਼ਨ ਲੜਨ ਦਾ। ਔਰ ਮੀਟਿੰਗ ਦੇ ਦੌਰਾਨ ਜਦੋਂ ਸਾਰਿਆਂ ਨੇ ਫੈਸਲਾ ਦੇ ਦਿੱਤਾ, ਮੇਰੇ ਮੂੰਹੋਂ ਇੱਕੋ ਹੀ ਲਫ਼ਜ਼ ਨਿਕਲਿਆ ਸੀ ਕਿ ਜਿਹੜੇ ਬਰਫੀਆਂ ਖਾਣ ਆਏ ਉਹ ਚੁੱਪ ਕਰ ਜਾਣ, ਤੇ ਜਿਨ੍ਹਾਂ ਨੇ ਅਮਰੀਕ ਸਿੰਘ ਨੂੰ ਜਿਤਾਉਣਾ ਹੈ ਉਹ ਹੱਥ ਖੜੇ ਕਰ। ਖੈਰ ਉਹ ਸਮਾਂ ਇਹੋ ਜਿਹਾ ਸੀ, ਪਹਿਲਾ ਸਮਾਂ ਸੀ, ਲੋਕੀ ਸ਼ਰਮਾ ਗਏ। ਫਿਰ ਮੈਂ ਦੂਜੀ ਗੱਲ ਇਹ ਕਹਿ ਦਿੱਤੀ ਕਿ ਜੇ ਤੇ ਤੁਸੀਂ ਖਰਚੇ ਕਰਾਉਣੇ ਆ ਮੈਂਬਰ ਦੇ ਤੇ ਫਿਰ ਵੀ ਬੇਸ਼ੱਕ ਪਿਛਾਂਹ ਹਟ ਜਾਓ। ਮੇਰਾ ਇਹ ਵਾਅਦਾ ਹੈ ਕਿ ਜਿਸ ਵੀ ਮੈਂਬਰ ਨੂੰ ਤੁਸੀਂ ਅੱਗੇ ਲਿਆਉਣਾ ਹੈ ਉਹਦੀਆਂ ਜੇਬਾਂ ਖਾਲੀ ਕਰਾਉਣ ਵਾਸਤੇ ਨਾ ਆ ਕੇ ਬੈਠੋ। ਤੇ ਮੰਨਿਆ ਕਿਸੇ ਮੈਂਬਰ ਦਾ ਸ਼ੌਕ ਹੁੰਦਾ ਕਿ ਚਲੋ ਮੇਰੇ ਸਾਥੀ ਆਏ ਨੇ, ਮੇਰੇ ਸਪੋਰਟਰ ਆਏ ਨੇ, ਕੁਛ ਇੰਤਜ਼ਾਮ ਕੀਤਾ ਜਾਂਦਾ ਚਾਹ ਪਾਣੀ ਦਾ। ਪਰ ਸਾਡੇ ਵਰਗੇ ਕਈ ਉਹ ਵੀ ਨੇ ਜਿਹੜੇ ਸਿਰਫ ਖਾਣ ਪੀਣ ਹੀ ਆਏ ਨੇ, ਉਹਨਾਂ ਨੇ ਇਹੋ ਜਿਹੇ ਮੌਕੇ ਨਹੀਂ ਛੱਡਦੇ। ਬਾਅਦ ਵਿੱਚ ਜਾ ਕੇ ਗੱਲਾਂ ਕਰਦੇ। ਮੈਂ ਹੁਣ ਜਿਹੜੀ ਗੱਲ ਮੈਨੂੰ ਸਰਦਾਰ ਸਾਹਿਬ ਨੇ ਕਹੀ ਹੈ ਉਹ ਇਹ ਆ ਕਿ ਇਹ ਬੀਬੀ ਜੀ ਨੂੰ, ਬੀਬੀ ਅੰਜਲੀ ਜੀ ਨੂੰ ਮੈਂ ਪਹਿਲੀ ਵਾਰੀ 2 ਦਿਨ ਪਹਿਲਾਂ ਮਿਲਿਆ ਸੀ। ਬੜੇ ਖੁਸ਼ ਹੋਇਆ, ਬਹੁਤ ਹਮਦਰਦੀ ਨਾਲ ਮਿਲੇ, ਬੜੇ ਸਹਿਯੋਗ ਵਾਲੇ ਇਨਸਾਨ ਨੇ ਸਾਰੇ। ਤੁਸੀਂ ਇਹ ਉਮੀਦ ਰੱਖੋ ਕਿ ਇਹ ਤੇ ਬਣੇ ਹੀ ਬਣੇ ਨੇ, ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ। ਮੈਂ ਇਹ ਸਾਰੀ ਦੁਨੀਆ ਦੀ ਇਹ ਸਿਫਤ ਕਰਦਿਆਂ ਦੀ ਰਿਪੋਰਟ ਦੇ ਰਿਹਾ। ਬਾਕੀ ਵਾਹਿਗੁਰੂ ਦੇ ਉੱਤੇ ਹੈ ਸਭ ਕੁਝ। ਕਿਸੇ ਵੇਲੇ ਇੱਕ ਪਲ ਦੇ ਵਿੱਚ ਵੀ ਕੋਈ ਚੀਜ਼ ਕਿਸੇ ਵੱਲੋਂ ਘਟਨਾ ਵਰਤ ਸਕਦੀ ਹੈ, ਜਿਸ ਤਰ੍ਹਾਂ ਕਿ ਪਿੱਛੇ 1-2 ਇਲੈਕਸ਼ਨਾਂ ਵਿੱਚ ਵਰਤੀ ਗਈ। ਲੋਕੀ ਲਾਠੀਆਂ ਲੈ ਕੇ, ਸੋਟੇ ਲੈ ਕੇ ਤੇ 30-40-50 ਵੋਟਾਂ ਖਾਮ-ਖਾ ਜ਼ਬਰਦਸਤੀ ਪਾ ਕੇ ਚਲੇ ਗਏ। ਜਦੋਂ ਮੈਂ ਜਾ ਕੇ ਕਿਹਾ ਉਹ ਭਾਈ ਸਾਹਿਬ ਉਹ ਤੁਸੀਂ ਇੱਥੇ ਬੈਠੇ ਹੋ, ਵੋਟਾਂ ਤੋਂ ਉਧਰ ਗੇਟ ਖੋਲ੍ਹ ਕੇ ਉਹ ਪਾਈ ਜਾਣ ਦੇ ਨੇ। ਜਦੋਂ ਨੇ ਗਏ ਉਹ ਵੋਟਾਂ ਪਾ ਕੇ ਗੱਡੀਆਂ ਲੈ ਕੇ ਫੇਰ ਹੋ ਗਏ। ਇਸ ਕਰਕੇ ਅਸੀਂ ਬਹੁਤ ਚੁਕੰਨੇ ਹੋਣਾ ਹੈ। ਹਰ ਇੱਕ ਨੇ ਇਹਨਾਂ ਨੂੰ ਇਲੈਕਸ਼ਨ ਦੇ ਟਾਈਮ 'ਤੇ ਸਾਥ ਦੇਣਾ ਹੈ। ਬੀਬੀਆਂ ਦਾ ਬਹੁਤ ਜ਼ਿਆਦਾ ਇਹਦੇ ਵਿੱਚ ਰੋਲ ਹੋਏਗਾ ਜੀ। ਤੁਸੀਂ ਪਛਾਣ ਸਕਦੇ ਹੋ ਕਿ ਕਿਹੜੀਆਂ ਬੀਬੀਆਂ ਬੇਈਮਾਨੀ ਕਰਨ ਆਈਆਂ, ਕਿਹੜੇ ਆਦਮੀ ਆਏ ਨੇ ਉਹ ਵੀ ਸਿਆਰੇ ਹੈ। ਜ਼ਿਆਦਾ ਮੈਂ ਸਮਾਂ ਨਹੀਂ ਲੈਣਾ ਕਿਸੇ ਦਾ, ਮੈਂ ਸਿਰਫ ਇੰਨਾ ਹੀ ਕਹਿਣਾ ਆਇਆ ਕਿ ਤੁਹਾਨੂੰ ਮੁਬਾਰਕ ਹੈ, ਤੁਸੀਂ ਚੜ੍ਹਦੀ ਕਲਾ 'ਚ ਰਹੋ। ਕਿ ਸਾਰੇ ਭੈਣ ਭਰਾ ਅੱਗੇ ਬੇਨਤੀ ਆ ਕਿ ਇਹਨਾਂ ਨੂੰ ਪੂਰੀ ਮਨੋ ਤਨੋ ਸਪੋਰਟ ਕਰਕੇ ਕਿ ਜਿੱਤ ਪ੍ਰਾਪਤ ਕਰਾਓ। ਵਾਹਿਗੁਰੂ ਜੀ ਕਾ ਖਾਲਸਾ।
ਸੋ ਇਹ ਸਨ ਸਰਦਾਰ ਅਵਤਾਰ ਸਿੰਘ ਜੀ, ਇਹਨਾਂ ਨੇ ਕਾਲੇ ਕਾਨੂੰਨ ਵਾਪਸ ਲਓ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਸੋ ਸਭ ਦਾ ਧੰਨਵਾਦ ਜੀ। ਤੇ ਕਾਰਪੋਰੇਸ਼ਨ ਦੀ ਮੀਟਿੰਗ ਦੇ ਵਿੱਚ ਪਹੁੰਚੇ ਮੇਰੇ ਵੀਰੋ, ਬਜ਼ੁਰਗੋ, ਭੈਣੋ, ਬੱਚਿਓ, ਬਹੁਤ ਹੀ ਦਿਲੋਂ ਤੁਹਾਡਾ ਸਤਿਕਾਰ ਕਰਦੇ ਆ ਜਿਹੜਾ ਤੁਸੀਂ ਆਪਦਾ ਕੀਮਤੀ ਟਾਈਮ ਕੱਢ ਕੇ ਪਹੁੰਚੇ ਹੋ। ਜਗਦੀਸ਼ ਸਿੰਘ ਜੀ ਬੋਲ ਰਹੇ ਸੀਗੇ, ਇਹ ਵੈਲਫੇਅਰ ਐਸੋਸੀਏਸ਼ਨ ਦੇ ਵਿੱਚ ਕਾਫੀ ਦੇਰ ਤੋਂ ਅਹੁਦਿਆਂ ਤੇ ਕੰਮ ਕਰਦੇ ਆ ਰਹੇ ਨੇਗੇ, ਕਿਉਂਕਿ ਕੋਈ ਵੀ ਅਹੁਦਾ ਹੈ, ਚਾਹੇ ਵੈਲਫੇਅਰ ਐਸੋਸੀਏਸ਼ਨ ਦਾ, ਚਾਹੇ ਐਮਸੀ ਦਾ, ਕੰਮ ਕਰਾਉਣੇ ਬਹੁਤ ਔਖੇ ਨੇ। ਜਦੋਂ ਆਪਾਂ ਘਰਾਂ ਦੇ ਵਿੱਚ ਜਿਹੜਾ ਘਰ ਦਾ ਮੋਢੀ ਹੁੰਦਾਗਾ, ਘਰ ਦੇ ਕੰਮ ਕਰਨੇ ਪੈਂਦੇ ਨੇਗੇ, ਤਾਂ ਉਹਨੂੰ ਪਤਾ ਹੁੰਦਾ ਵੀ ਕੰਮ ਕਿਸ ਤਰ੍ਹਾਂ ਹੁੰਦੇ ਨੇ। ਆਪਾਂ ਅੱਜ ਇੱਕ ਟਾਰਗੇਟ ਲੈ ਕੇ ਚੱਲੇ ਆਂ ਸਰਦਾਰ ਕੁਲਵੰਤ ਸਿੰਘ ਨੂੰ ਮੇਅਰ ਦੁਬਾਰਾ ਬਣਾਉਣ ਦਾ। ਕਈ ਆਦਮੀ ਪੁੱਛਦੇ ਨੇ ਵੀ ਦੁਬਾਰਾ ਕਿਉਂ ਬਣਾਉਣਾ ਚਾਹੀਦਾ। ਉਹਦੇ ਲਈ ਮੈਂ ਦੱਸਦਾ, ਕਿਉਂਕਿ ਮੈਂ 3 ਟਨਿਓਰਾਂ, ਜਗਦੀਸ਼ ਸਿੰਘ ਨੇ ਤਾਂ 2 ਦੱਸਿਆ, ਮੈਂ 3 ਟਨਿਓਰਾਂ ਹਾਲ ਦੇ ਵਿੱਚ ਉਹਨਾਂ ਦੇ ਨਾਲ ਬੈਠਾ। ਸਭ ਤੋਂ ਪਹਿਲੀ ਟਨਿਓਰ 'ਚ ਅਸੀਂ 7-8 ਬੰਦੇ ਆ। ਹੁਣ ਸੀਨੀਅਰ ਅਮਰੀਕ ਸਿੰਘ ਹੋਰੀ ਵੀ ਨਾਲ ਸੀ ਮੇਰੇ, ਤੇ ਇੱਧਰੋਂ 11 ਫੇਜ਼ 'ਚੋਂ ਅਸੀਂ 2 ਜਾਣੇ ਸੀ ਜਦੋਂ ਸਭ ਤੋਂ ਪਹਿਲੀ ਟਨਿਓਰ 'ਚ ਅਸੀਂ ਬਣੇ। ਮੇਰੇ ਕੋਲੇ ਇਹ ਸਾਰਾ ਫਲੈਟਾਂ ਦਾ ਏਰੀਆ ਸੀਗਾ ਤੇ ਇਹਨਾਂ ਕੋਲੇ ਇੱਧਰ ਕੋਠੀਆਂ ਦਾ ਏਰੀਆ ਸੀਗਾ। ਕਿਉਂਕਿ ਜੇ ਅਸੀਂ ਅੱਜ, ਸਾਨੂੰ ਇੰਨੇ ਸਾਲ ਹੋ ਗਏ, ਉਹਨਾਂ ਦੇ ਨਾਲ 20 ਸਾਲ ਤੋਂ ਅਸੀਂ ਜੁੜੇ ਆ, ਅਸੀਂ ਕਿਉਂ ਨਹੀਂ ਉਹਨਾਂ ਨੂੰ ਛੱਡਿਆ ਜਾਂ ਕਿਉਂ ਨਹੀਂ ਕਿਸੇ ਹੋਰ ਪਾਰਟੀ 'ਚ ਗਏ? ਉਹਦਾ ਇੱਕ ਕਾਰਨ ਹੈ ਵੀ ਉਹ ਆਪ ਇੱਕ ਡਿਵੈਲਪਰ ਨੇਗੇ, ਤਕੜੀ ਡਿਵੈਲਪਿੰਗ ਉਹ ਕਰਵਾ ਸਕਦੇ ਨੇ, ਕਿਉਂਕਿ ਉਹਨਾਂ ਦਾ ਆਪਣਾ ਡਿਵੈਲਪ ਦਾ ਕੰਮ ਹੈਗਾ, ਟੈਕਨੀਕਲ ਸਾਰਾ ਕੁਝ ਉਹਨਾਂ ਨੂੰ ਪਤਾ ਹੈਗਾ। ਇਸ ਕਰਕੇ ਉਹ ਇੰਨੀ ਤਰੱਕੀ ਦੇ ਨਾਲ ਮੋਹਾਲੀ ਸ਼ਹਿਰ ਨੂੰ ਆ 5 ਸਾਲਾਂ ਦੇ ਵਿੱਚ ਜਦੋਂ ਦੀ ਕਾਰਪੋਰੇਸ਼ਨ ਬਣੀ ਹੈ, ਉਸ ਟਾਈਮ ਤੋਂ ਤਾਂ ਕਾਫੀ ਮਾਲ ਸ਼ਹਿਰ ਨੇ ਤਰੱਕੀ ਕੀਤੀ ਹੈ। ਮੈਨੂੰ ਯਾਦ ਹੈ ਵੀ ਅਸੀਂ ਜਦੋਂ ਕੌਂਸਲ ਦੀਆਂ, ਪਹਿਲਾਂ ਕੌਂਸਲ ਹੁੰਦੀ ਸੀ, ਕਿਉਂਕਿ ਕੌਂਸਲ ਕੋਲੇ ਫੰਡ ਬਹੁਤ ਘੱਟ ਹੁੰਦੇ ਨੇਗੇ। ਜਦੋਂ ਕਾਰਪੋਰੇਸ਼ਨ ਬਣਾਉਣੀ ਸੀ ਤਾਂ ਮੇਰੀ ਉਸ ਟਾਈਮ, ਮੇਰੀ ਔਰ ਮੇਰੀ ਮਿਸਿਸ ਦੀ, ਮੇਰੀ ਡਾਟਰ ਇਨ ਲਾ ਦੀ ਟਿਕਟ ਆਸਟ੍ਰੇਲੀਆ ਦੀ ਬੁੱਕ ਹੋ ਗਈ ਸੀਗੀ। 2 ਦਿਨ ਰਹਿੰਦੇ ਸੀਗੇ ਸਿਰਫ, ਜਦੋਂ ਸਾਨੂੰ ਮੈਸੇਜ ਆਇਆ ਵੀ ਆਪਦੀਆਂ ਟਿਕਟਾਂ ਕੈਂਸਲ ਕਰਵਾਓ, ਕਿਉਂਕਿ ਜੇ ਤੁਸੀਂ ਚਲੇ ਗਏ, ਤੁਹਾਡੇ ਨਾਲ 3 ਬੰਦਿਆਂ ਨੇ ਸਾਨੂੰ ਵੋਟ ਹੋਰ ਨਹੀਂ ਪਾਣੀ ਤੇ ਆਪਣੀ ਕਾਰਪੋਰੇਸ਼ਨ ਨਹੀਂ ਬਣਨੀ। ਸ਼ਹਿਰ ਦੀ ਭਲਾਈ ਵਾਸਤੇ ਮੈਂ ਬੱਚਿਆਂ ਨੂੰ ਵੀ ਸਮਝਾਇਆ, ਬੇਟਾ ਬਾਹਰ ਰਹਿੰਦਾ ਹੈਗਾ, ਬੇਟੀ ਵੀ ਬਾਹਰ ਹੈ, ਡਾਟਰ ਇਨ ਲਾ ਨੂੰ ਵੀ ਉਹਨੇ ਪਹਿਲੀ ਵਾਰੀ ਜਾਣਾ ਸੀਗਾ, ਉਹਨਾਂ ਨੂੰ ਸਮਝਾਇਆ ਵੀ ਬੱਚਾ ਕੋਈ ਗੱਲ ਨਹੀਂ, ਆਪਾਂ ਸ਼ਹਿਰ ਦੀ ਭਲਾਈ ਵਾਸਤੇ ਕਾਰਪੋਰੇਸ਼ਨ ਬਣਾ ਕੇ ਜਾਵਾਂਗੇ, ਕੋਈ ਫਰਕ ਨਹੀਂ ਪੈਂਦਾ, 1 ਹਫ਼ਤਾ ਆਪਾਂ ਬਾਅਦ ਚਲੇ ਜਾਵਾਂਗੇ, ਕੋਈ ਚੱਕਰ ਨਹੀਂ। ਉਸ ਟਾਈਮ ਚਲੋ ਸਾਡੇ ਮਾਨਯੋਗ NK ਸ਼ਰਮਾ ਜੀ ਨੇ ਟਿਕਟਾਂ ਸਾਡੀਆਂ ਕੈਂਸਲ ਕਰਾ ਕੇ 10 ਦਿਨਾਂ ਬਾਅਦ ਫਿਰ ਬੁਕਿੰਗ ਕਰਵਾਈ ਤੇ ਅਸੀਂ ਉਹਨਾਂ ਦਿਨਾਂ ਦੇ ਵਿੱਚ ਮਤਾ ਪਾ ਕੇ ਕਾਰਪੋਰੇਸ਼ਨ ਲਿਆਂਦੀ। ਕਾਰਪੋਰੇਸ਼ਨ ਦੇ ਵਿੱਚ ਇਹ ਹੁੰਦਾ ਹੈ ਵੀ ਫੰਡ ਖੁੱਲੇ ਹੁੰਦੇ ਨੇ ਤੇ ਖੁੱਲਾ ਖਰਚਾ ਆਪਾਂ ਕਰ ਸਕਦੇ ਹਾਂ। ਕੌਂਸਲ ਦੇ ਵਿੱਚ ਇੱਕ ਲਿਮਿਟੇਸ਼ਨ ਹੁੰਦੀ ਹੈ। ਕਈ ਵਾਰੀ ਕਈ ਕੌਂਸਲਾਂ ਤਾਂ ਇਦਾਂ ਦੀਆਂ ਨੇ ਜਿੱਥੇ ਬਿਜਲੀ ਦੇ ਬਿੱਲ ਔਰ ਮੁਲਾਜ਼ਮਾਂ ਦੀਆਂ ਤਨਖਾਹਾਂ ਹੀ ਪੂਰੀਆਂ ਹੁੰਦੀਆਂ ਨੇ, ਪਰ ਸਾਡੀ ਜਿਹੜੀ ਵਧੀਆ ਕੌਂਸਲ ਚੱਲੀ, ਕਿਉਂਕਿ ਚੁੰਗੀਆਂ ਦੇ ਵਿੱਚੋਂ ਵੀ ਇਨਕਮ ਚੰਗੀ ਸੀਗੀ ਤੇ ਬਾਕੀ ਵੀ ਸਾਡੇ ਸ਼ਹਿਰ ਨੂੰ ਇਨਕਮ ਇਮਾਨਦਾਰੀ ਦੇ ਨਾਲ ਵਧੀਆ ਚੱਲੀ। 3 ਟਨਿਓਰਾਂ ਦੇ ਵਿੱਚ ਕੁਲਵੰਤ ਸਿੰਘ ਦੇ ਮੈਂ ਨਾਲ ਬੈਠਣ ਕਰਕੇ ਮੈਨੂੰ ਪਤਾ ਵੀ ਹਾਲ ਦੇ ਵਿੱਚ ਜਿਹੜਾ MC ਚੁਣ ਕੇ ਜਾਂਦਾ ਹੈਗਾ, ਉਹ ਇਹ ਤਾਂ ਹੈ ਨਹੀਂ ਕਿ ਵੀ ਤੁਹਾਨੂੰ ਥਾਲੀ 'ਚ ਪਰੋਸ ਕੇ ਕੋਈ ਵੀ ਬੰਦਾ ਦੇ ਜਾਂਦਾ। ਤੁਸੀਂ ਇਦਾਂ ਦੇ MC ਨੂੰ ਬਣਾ ਦਿਓ ਇਲੈਕਟ ਕਰਕੇ ਵੀ ਇਹਨੇ ਕੁਝ ਵੀ ਬੋਲਣਾ ਨਹੀਂ ਜਾਂ ਇਹਨੇ ਕੋਈ ਮਿਹਨਤ ਨਹੀਂ ਕਰਨੀ, ਸ਼ਾਇਦ ਆਪਣੇ ਆਪ ਕੰਮ ਹੋ ਜਾਣਗੇ। ਹੁਣ ਤਾਂ ਥੋੜਾ ਜਿਹਾ ਟ੍ਰੈਂਡ ਚੇਂਜ ਹੋਇਆ, ਕਿਉਂਕਿ ਸਰਦਾਰ ਕੁਲਵੰਤ ਸਿੰਘ ਨੇ ਸਾਰਿਆਂ ਨੂੰ ਬਰਾਬਰ ਦਾ ਹਿੱਸਾ, ਚਾਹੇ ਉਹ ਕਾਂਗਰਸ ਦੇ ਨੇ ਚਾਹੇ ਉਹ ਸਾਡੀ ਪਾਰਟੀ ਦੇ ਨੇ, ਸਾਰਿਆਂ ਨੂੰ ਕਿਹਾ ਸੀ ਵੀ ਜੇ ਤੁਸੀਂ ਕਾਂਗਰਸ ਦੇ MC ਹੋ, ਇਹਦੇ ਵਿੱਚ ਸ਼ਹਿਰ ਵਾਸੀਆਂ ਦਾ ਕੋਈ ਕਸੂਰ ਨਹੀਂ। ਵੀ ਮੈਂ ਨਹੀਂ ਚਾਹੁੰਦਾ ਵੀ ਜਿੱਥੋਂ ਕੋਈ ਕਾਂਗਰਸ ਦਾ MC ਬਣਿਆ ਹੋਇਆ ਉਸ ਇਲਾਕੇ ਦੇ ਜਿਹੜੇ ਨੁਮਾਇੰਦੇ ਜਾਂ ਉੱਥੇ ਦੇ ਵਸਿੰਦੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਆਵੇ। ਤੁਸੀਂ ਆਪਦੇ ਏਰੀਆ ਦੇ ਵਿੱਚ ਜਿਹੜੀਆਂ, 1 ਮਿੰਟ ਪਲੀਜ਼, ਮੈਨੂੰ ਲੱਗਦਾ ਮੇਅਰ ਸਾਹਿਬ ਦਾ ਫੋਨ ਹੈ।
ਤੁਸੀਂ ਆਪਣੇ ਇਲਾਕੇ ਦੇ ਵਿੱਚ ਕੋਈ ਵੀ ਜਿਹੜਾ ਕੰਮ ਕਰਵਾ ਸਕਦੇ ਹੋ ਤੇ ਤੁਸੀਂ ਆਪਣਾ ਸਾਡੇ ਕੋਲੇ ਮਤਾ ਲਿਆ ਸਕਦੇ ਹੋ। ਸੋ ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਕੋਈ ਐਦਾਂ ਦੀ ਗੱਲਬਾਤ ਨਹੀਂ ਵੀ ਕੋਈ ਕਾਂਗਰਸ ਦਾ ਹੈ ਜਾਂ ਕੋਈ ਆਜ਼ਾਦ ਗਰੁੱਪ ਦਾ ਹੈ। ਇਹ ਤਾਂ ਚਲੋ ਜਿਹੜੇ ਗਰੁੱਪ ਹੁੰਦੇ ਨੇ ਇਲੈਕਸ਼ਨਾਂ ਤੱਕ ਹੁੰਦੇ ਨੇਗੇ ਵੀ ਆਪਾਂ ਅਲੱਗ-ਅਲੱਗ ਗਰੁੱਪਾਂ ਦੇ ਵਿੱਚੋਂ ਚੋਣ ਜਿਹੜੀ ਲੜ ਕੇ ਅੱਗੇ ਜਾਂਦੇ ਆ। ਹੁਣ ਦੇਖੋ ਗੱਲ ਆ ਗਈ ਕਾਂਗਰਸ ਦੀ ਤੇ ਆਜ਼ਾਦ ਗਰੁੱਪ ਦੀ। ਆਜ਼ਾਦ ਗਰੁੱਪ ਨੇ ਜਿੱਥੋਂ ਹੁਣ ਸ਼ੁਰੂਆਤ ਕੀਤੀ ਸੀ ਇਹ ਫੈਸਲਾ ਕੀਤਾ ਸੀ ਵੀ ਸਾਰੇ ਪਹਿਲੇ ਨੰਬਰ ਤੇ ਚੋਣ ਨਿਸ਼ਾਨ ਟਰੈਕਟਰ ਭਰਨਗੇ ਤਾਂ ਕਿ ਆਪਣਾ ਇੱਕ ਸਿੰਬਲ ਅਸੀਂ ਰਜਿਸਟਰ ਤਾਂ ਕਰਾ ਨਹੀਂ ਸਕੇ ਵੀ ਆਪਣਾ ਇੱਕ ਸਿੰਬਲ ਹੋਵੇ ਟਰੈਕਟਰ ਤਾਂ ਕਿ ਪਤਾ ਲੱਗ ਜੇ। ਪਰ ਜਦੋਂ ਕਾਂਗਰਸ ਨੂੰ ਪਤਾ ਲੱਗਿਆ ਵੀ ਇਹਨਾਂ ਨੇ ਇੱਕ ਸਿੰਬਲ ਪਹਿਲੇ ਨੰਬਰ ਤੇ ਭਰਿਆ, ਇਹਨਾਂ ਨੇ 4-4 ਡੁਪਲੀਕੇਟ ਬੰਦੇ ਖੜੇ ਕਰਤੇ ਕਿਉਂਕਿ ਅਲਫਾਬੈਟਿਕਲੀ ਵੀ ਬੰਦੇ ਖੜੇ ਕਰਤੇ ਜਿਹੜੇ ਏ ਤੋਂ ਸਟਾਰਟ ਹੁੰਦੇ ਸੀ ਵੀ ਜੇ ਉੱਥੇ ਰੌਲਾ ਪਿਆ ਵੀ ਅਲਫਾਬੈਟਿਕਲੀ ਵਾਲੇ ਬੰਦੇ ਨੂੰ ਪਹਿਲਾ ਚੋਣ ਨਿਸ਼ਾਨ ਮਿਲੇਗਾ ਉਹ ਵੀ ਕਰਤੇ। ਇੱਕ ਸੀਨੀਅਰ ਸਿਟੀਜ਼ਨ ਕਰਤੇ ਵੀ ਜੇ ਉਮਰ ਦੇ ਹਿਸਾਬ ਨਾਲ ਹੋਇਆ ਕਿਉਂਕਿ ਮੈਂ ਉਹਨਾਂ ਦਿਨਾਂ 'ਚ ਮੇਅਰ ਸਾਹਿਬ ਨੇ ਮੇਰੀ ਡਿਊਟੀ ਲਾਈ ਸੀ ਵੀ ਮੈਂ 2 ਵਾਰੀ ਇਲੈਕਸ਼ਨ ਕਮਿਸ਼ਨ ਕੋਲੇ ਰਿਕੁਐਸਟ ਲੈ ਕੇ ਗਿਆ ਵੀ ਜੋ ਸਿਸਟਮ ਸੀਗਾ ਉਹਦੇ ਵਿੱਚ ਤਾਂ ਇਹ ਸੀਗਾ ਵੀ ਜਿਹੜੇ ਪਹਿਲਾਂ ਫਾਈਲ ਭਰਨਗੇ। ਹੈਲੋ ਚੱਲ ਪਏ ਜੀ। ਹਾਂ ਬਾਤ ਥੈਂਕ ਯੂ। ਮੇਅਰ ਸਾਹਿਬ ਕੁੰਬੜੇ ਤੋਂ ਚੱਲ ਚੁੱਕੇ ਨੇਗੇ ਆਪਣੇ ਕੋਲੇ ਮੈਂ ਕਿਹਾ 5-7 ਮਿੰਟਾਂ ਦੇ ਵਿੱਚ ਹੀ ਪਹੁੰਚਣ ਵਾਲੇ ਨੇਗੇ ਤੇ ਉਹਨਾਂ ਨੇ ਜਿਹੜੇ ਚੋਣ ਨਿਸ਼ਾਨਾਂ ਦੇ ਵਿੱਚ ਫਿਰ ਅਸੀਂ ਦੂਸਰੇ ਨੰਬਰ ਤੇ ਬਾਲਟੀ ਭਰੀ ਸੀਗੀ। ਉਹਨਾਂ ਨੇ ਪੂਰਾ ਜ਼ੋਰ ਲਾ ਲਿਆ ਵੀ ਕਿਵੇਂ ਨਾ ਕਿਵੇਂ ਮੇਅਰ ਸਾਹਿਬ ਨੂੰ ਵੀ ਉਹਨਾਂ ਨੇ ਟਰੈਕਟਰ ਨਹੀਂ ਲੈਣ ਦਿੱਤਾ। ਉਹਨਾਂ ਨੇ ਦੂਜੇ ਬੰਦੇ ਜਿਹੜੇ ਖੜੇ ਕੀਤੇ ਸੀਗੇ ਤਾਂ ਕਿ ਇਹਨਾਂ ਦਾ ਇੱਕ ਚੋਣ ਨਿਸ਼ਾਨ ਨਾ ਹੋਵੇ। ਜਿੰਨਾ ਮਰਜ਼ੀ ਜ਼ੋਰ ਲਾ ਲਵੇ ਕਾਂਗਰਸ ਪਾਰਟੀ, ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਤੁਸੀਂ ਬੈਠੇ ਹੋ ਦੇਖ ਲਿਓ ਰਿਜ਼ਲਟ ਆਉਣਗੇ ਕਿ ਆਜ਼ਾਦ ਗਰੁੱਪ ਜਿਹਨੂੰ ਕਿ ਆਪ ਨੇ ਵੀ ਸਪੋਰਟ ਦੇਤੀ ਹੈ ਇਸ ਕਾਰਪੋਰੇਸ਼ਨ ਦੇ ਵਿੱਚ ਚਾਹੇ 2 ਸੀਟਾਂ 3 ਸੀਟਾਂ ਕਾਂਗਰਸ ਨਾਲੋਂ ਅੱਗੇ ਰਹੇਗੀ ਕਿਉਂਕਿ ਕੰਪੀਟੀਸ਼ਨ ਕਾਂਗਰਸ ਨਾਲ ਹੈ। ਭਾਜਪਾ ਤਾਂ ਇਸ ਮੈਦਾਨ ਦੇ ਵਿੱਚੋਂ ਖਤਮ ਹੋ ਚੁੱਕੀ ਹੈ। ਤੁਸੀਂ ਦੇਖ ਹੀ ਲਿਆ ਜੋ ਭਾਜਪਾ ਨੇ ਦਿੱਲੀ ਦੇ ਵਿੱਚ ਕੀਤਾ। ਸਭ ਤੋਂ ਵੱਡੀ ਗੱਲ ਹੈ ਵੀ ਆਪਣਾ 11 ਫੇਜ਼ ਦਾ ਨਾਂ ਅਮਰੀਕਾ ਤੱਕ ਵੀ ਗੂੰਜਣ ਲੱਗ ਗਿਆ। ਮੈਨੂੰ ਅਮਰੀਕਾ ਤੋਂ ਵੀ ਵੀਡੀਓ ਆਈਆਂ ਨੇ ਜਿਹੜੀਆਂ 11 ਫੇਜ਼ ਦੀਆਂ ਬੀਬੀਆਂ ਨੇ ਉਹਨਾਂ ਦੇ ਨਾਲ ਕੁੱਤੇਖਾਨੀ ਕੀਤੀ ਹੈ ਵੀ ਸਾਡੇ ਤਾਂ ਉੱਥੇ ਬੱਚੇ ਰਾਤ ਨੂੰ ਠੰਡ ਦੇ ਵਿੱਚ ਉੱਥੇ ਮਰਦੇ ਨੇਗੇ। ਜ਼ਿਮੀਦਾਰ ਆਪਦੀਆਂ ਮੰਗਾਂ ਲੈ ਕੇ ਬੈਠੇ ਨੇ ਜਿਹਦੇ ਵਿੱਚੋਂ ਕੋਈ 150 ਜ਼ਿਮੀਦਾਰ ਸ਼ਹਾਦਤ ਦੇ ਚੁੱਕਿਆ, ਸ਼ਹੀਦੀ ਪਾ ਚੁੱਕਿਆ। ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਸੀਂ ਇਹ ਕਮਲ ਦੇ ਫੁੱਲ ਤੇ ਖੜਦੇ ਹੋ। ਉਹ ਮੈਨੂੰ ਨਹੀਂ ਲੱਗਦਾ ਵੀ ਹੁਣ 11 ਫੇਜ਼ ਦੇ ਵਿੱਚ ਨੇੜੇ ਤੇੜੇ ਉਹ ਕਿਤੇ ਨਜ਼ਰ ਆਉਣਗੇ। ਬਾਕੀ ਜਿਹੜੇ ਦੂਸਰੇ ਗਰੁੱਪ ਨੇ ਅਕਾਲੀ ਦਲ ਵੀ ਬਹੁਤ ਪਛੜ ਚੁੱਕਿਆ ਤੇ ਹੁਣ ਜਿਹੜਾ ਮੁਕਾਬਲਾ ਆਪਣਾ ਉਹ ਸਿਰਫ ਕਾਂਗਰਸ ਦੇ ਨਾਲ ਹੀ ਹੈ। ਹਾਂਜੀ ਕੁਲਦੀਪ ਸਿੰਘ ਹੈਲੋ ਮੈਂ ਬੋਲ ਰਿਹਾ ਹਾਂ ਦੱਸੋ। ਇਹ ਉੱਥੇ ਹੀ ਜਿੱਥੇ ਪਹਿਲਾਂ ਆਏ ਸੀ ਮੈਂ ਉੱਥੇ ਮੋੜ ਤੇ ਤੇ ਬਾਕੀ ਰਹੀ ਕਾਂਗਰਸ ਦੀ ਗੱਲ। ਹੁਣ ਜਿਹੜੇ ਕੰਮ ਪਾਸ ਹੁੰਦੇ ਨੇ ਜਿਵੇਂ ਅਸੀਂ ਪਾਸ ਕਰਾਉਨੇ ਆ ਕੰਮ ਉਹਦੇ ਵਿੱਚ ਕੀ ਹੈ ਇਹਨਾਂ ਨੇ ਇਹਨਾਂ ਦੀ ਸਰਕਾਰ ਹੋਣ ਕਰਕੇ ਸਾਡੇ ਕੰਮ ਰੁਕਵਾਤੇ ਤਾਂ ਕਿ ਜੇ ਸਾਰੇ ਕੰਮ ਹੋ ਗਏ ਵੀ ਸਾਡਾ ਐਮਸੀ ਇੱਕ ਵੀ ਨਹੀਂ ਜਿੱਤਣਾ। ਦੇਖੋ ਹੁਣ ਸਿੱਧੂ ਸਾਹਿਬ ਆ ਲਾਈ ਜਾਂਦੇ ਨੇ ਥਾਂ ਥਾਂ ਤੇ ਬੋਰਡ। ਇਹ ਐਮਐਲਏ ਦਾ ਕੰਮ ਨਹੀਂ ਹੁੰਦਾ, ਜਿਹੜਾ ਐਮਸੀ ਦਾ ਕੰਮ ਹੁੰਦਾ ਕਾਰਪੋਰੇਸ਼ਨ ਦਾ ਕੰਮ ਹੁੰਦਾ। ਸੜਕਾਂ ਬਣਾਉਣੀਆਂ, ਸਫਾਈ ਕਰਾਉਣੀ, ਪਾਣੀ ਮੁਹੱਈਆ ਕਰਾਉਣਾ, ਸੀਵਰੇਜ ਸਿਸਟਮ ਠੀਕ ਕਰਾਉਣਾ ਤੇ ਆਹ ਪਾਰਕਾਂ ਦੀ ਰੱਖ ਰਖਾਓ, ਚਾਹੇ ਉਹਦੇ ਵਿੱਚ ਜਿਮ ਲਵਾਉਣੇ, ਇਹ ਸਾਰੇ ਕੰਮ ਹੁੰਦੇ ਨੇ ਕਾਰਪੋਰੇਸ਼ਨ ਦੇ। ਜੇ ਐਮਐਲਏ ਦੇ ਕੰਮ ਜਿਹੜੇ ਹੁੰਦੇ ਨੇ ਜਾਂ ਜਿਹੜੇ ਮੰਤਰੀਆਂ ਦੇ ਕੰਮ ਹੁੰਦੇ ਨੇ ਉਹ ਉੱਚੇ ਲੈਵਲ ਦੇ ਹੁੰਦੇ ਨੇ। ਮੈਂ ਤਾਂ ਇਹ ਕਹਿਣਾਗਾ ਵੀ ਸਾਡਾ ਮੰਤਰੀ ਬਣਿਆ ਸੀ ਬਲਬੀਰ ਸਿੱਧੂ, ਇੱਕ ਅੱਧਾ ਹਸਪਤਾਲ ਹੀ ਖਲਵਾਨ ਦਾ ਮੋਹਾਲੀ ਦੇ ਵਿੱਚ ਆਪਾਂ ਮੰਨ ਜਾਂਦੇ ਵੀ ਇਹਨੇ ਇੱਕ ਕੋਈ ਹਸਪਤਾਲ ਵਗੈਰਾ ਮੋਹਾਲੀ 'ਚ ਸਟਾਰਟ ਕਰਾਇਆਗਾ। ਮੋਹਾਲੀ ਦੇ ਸਰਕਾਰੀ ਹਸਪਤਾਲ ਦੀ ਦੁਰਦਸ਼ਾ ਇੰਨੀ ਮਾੜੀ ਹੈ ਤੁਸੀਂ ਦੇਖ ਨਹੀਂ ਸਕਦੇ। ਜਿਹੜੇ ਕਰੋਨਾ ਕਰਕੇ ਮਰੀਜ਼ ਸਾਡੇ ਜਿਹੜੇ ਹਸਪਤਾਲਾਂ 'ਚ ਸਿੱਟੇ ਉਹ ਮਿੰਨਤਾਂ ਕਰਦੇ ਸੀ ਵੀ ਸਾਨੂੰ ਬਚਾ ਲਓ, ਸਾਨੂੰ ਕੱਢ ਲਓ ਇੱਥੋਂ, ਕਿਉਂਕਿ ਇਹ ਹੈਲਥ ਮਿਨਿਸਟਰ ਬਲਬੀਰ ਸਿੰਘ ਸਿੱਧੂ ਸੀ। ਜੇ ਕਿਸੇ ਵੀ ਕਾਂਗਰਸੀ ਨੂੰ ਪੁੱਛੋ ਜੇ ਮੈਨੂੰ ਆਪਦੇ ਘਰ ਦੀ ਰੋਟੀ ਸਵਾਦ ਨਹੀਂ ਲੱਗਦੀ ਜਾਂ ਆਪਦੇ ਹੋਟਲ ਦੀ ਮੈਂ ਰੋਟੀ ਨਹੀਂ ਖਾ ਸਕਦਾ ਇਹਦਾ ਮਤਲਬ ਮੈਨੂੰ ਕੋਈ ਕੌਨਫੀਡੈਂਸ ਨਹੀਂ ਆਪਦੇ ਹੋਟਲ ਤੇ। ਜਦੋਂ ਬਲਬੀਰ ਸਿੱਧੂ ਬਿਮਾਰ ਹੋ ਗਿਆ ਕਰੋਨਾ ਦੀ ਬਿਮਾਰੀ ਨਾਲ, ਇਹਨੂੰ 40 'ਚ ਕਿਉਂ ਦਾਖਲ ਹੋਣਾ ਪਿਆ?
ਜੇ ਇਹ ਵਧੀਆ ਹਸਪਤਾਲ ਹੁੰਦੇ ਸਰਕਾਰੀ ਤਾਂ ਇਹ ਸਰਕਾਰੀ 'ਚ ਜਾਂਦਾ। ਸਾਡੇ ਵਰਗਿਆਂ ਨੂੰ ਚੱਕ ਕੇ ਲੈ ਜਾਂਦੇ ਨੇ ਗੱਡੀਆਂ 'ਚ ਸਰਕਾਰੀ ਹਸਪਤਾਲ 'ਚ, ਜਿਹੜੇ ਤਾਂ ਜਲੰਧਰ ਜ਼ਿਲ੍ਹੇ ਦੇ ਨੇ ਉਹਨਾਂ ਨੂੰ ਸੰਗਰੂਰ ਦੇ, ਜਿਹੜੇ ਸੰਗਰੂਰ ਦੇ ਨੇ ਉਹਨਾਂ ਨੂੰ ਫਰੀਦਕੋਟ, ਤਾਂ ਕਿ ਨੇੜੇ ਤੇੜੇ ਦਾ ਬੰਦਾ ਵੀ ਕੋਈ ਉਹਨਾਂ ਦੇ ਨੇੜੇ ਨਾ ਲੱਗ ਸਕੇ। ਇਹ ਕਾਰਪੋਰੇਸ਼ਨ ਦੇ ਕੰਮਾਂ 'ਚ ਦਖਲਅੰਦਾਜ਼ੀ ਦੇਣੀ ਬੰਦ ਕਰਨ ਮੰਤਰੀ ਸਾਹਿਬ। ਜੇ ਸ਼ਹਿਰ ਦਾ ਕੋਈ ਡਿਵੈਲਪਮੈਂਟ ਕਰਾਉਣੀ ਹੈ, ਅਸੀਂ ਨਹੀਂ ਚਾਹੁੰਦੇ ਸ਼ਹਿਰ ਦਾ ਕੋਈ ਨੁਕਸਾਨ ਹੋਵੇ, ਵਧੀਆ ਸ਼ਹਿਰ ਜਿਹੜਾ ਮਰਜ਼ੀ ਮੱਲ ਬੰਦਾ ਆਵੇ। ਹੁਣ ਤੁਸੀਂ ਮੇਅਰ ਦੇ ਕੰਪੀਟੀਸ਼ਨ ਦੀ ਗੱਲ ਕਰ ਲਓ, ਮੇਅਰ ਦੇ ਕੰਪੀਟੀਸ਼ਨ ਲਈ ਅਸੀਂ ਇਹ ਸ਼ਖਸੀਅਤ ਨੂੰ ਕੁਲਵੰਤ ਸਿੰਘ ਨੂੰ ਹਾਈਲਾਈਟ ਕੀਤਾ ਹੋਇਆ। ਸਾਰਿਆਂ ਨੂੰ ਪਤਾ ਵੀ ਜੇ ਗਰੁੱਪ ਬਣਿਆ ਤਾਂ ਕੁਲਵੰਤ ਸਿੰਘ ਮੇਅਰ ਬਣੇਗਾ। ਇਹਨਾਂ ਕੋਲੋਂ ਅਜੇ ਤੱਕ ਮੇਅਰ ਦਾ ਕੈਂਡੀਡੇਟ ਪੂਰੀ ਚੰਗੀ ਤਰ੍ਹਾਂ ਡਿਕਲੇਅਰ ਨਹੀਂ ਹੋਇਆ, ਕਿਉਂਕਿ ਭਾਈ ਭਤੀਜਾਵਾਦ ਜਿਹੜਾ ਚੱਲਿਆ ਹੋਇਆ, ਇਹਨੇ ਆਪਣੇ ਬੇਟੇ ਨੂੰ ਵੀ ਬਣਾਤਾ ਸਿੱਧੂ ਨੇ, ਇਹਨੇ ਆਪਣੇ ਭਰਾ ਨੂੰ ਵੀ ਹੁਣ 7 ਫੇਜ਼ 'ਚੋਂ ਖੜਾ ਕੀਤਾ ਹੋਇਆ। ਇਹਨੂੰ ਇਹ ਆ ਵੀ ਜੇ ਇਹ ਬਣ ਗਿਆ ਤਾਂ ਮੈਂ ਇਹਨੂੰ ਮੇਅਰ ਬਣਾਉ। ਜਦੋਂ ਪ੍ਰੈਸ ਵਾਲਿਆਂ ਨੇ ਪੁੱਛਿਆ ਵੀ ਕਿਉਂ ਨਹੀਂ ਹਾਈਲਾਈਟ ਕਰਦੇ ਤੁਸੀਂ ਮੇਅਰ ਵਾਸਤੇ, ਕਿਉਂਕਿ ਅਜੇ ਉਹਨਾਂ ਨੂੰ ਇਹ ਵੀ ਭਰੋਸਾ ਨਹੀਂ ਵੀ ਉਹ ਜਿਹੜਾ ਜੀਤੀ ਖੜਾ ਹੈਗਾ ਉਹ ਜਿੱਤੇਗਾ ਵੀ ਕਿ ਨਹੀਂ, ਤਾਂ ਕਿ ਦੂਸਰੇ ਐਮਸੀ ਨਾ ਟੁੱਟ ਜਾਣ ਸਾਡੇ ਨਾਲੋਂ ਵੀ ਇਹ ਤਾਂ ਪਹਿਲੇ ਹੀ ਮੰਨ ਹਾਈਲਾਈਟ ਕਰ ਰਹੇ ਨੇ। ਸਾਡਾ ਕੋਈ ਵੀ ਐਮਸੀ ਨਹੀਂ ਟੁੱਟ ਰਿਹਾ ਕੁਲਵੰਤ ਸਿੰਘ ਦੇ ਨਾਂ ਤੇ। ਉਹਨਾਂ ਨੂੰ ਪਤਾ ਵੀ ਜੋ ਉਹਨਾਂ ਨੇ 5 ਸਾਲ ਤੱਕ ਕਾਰਪੋਰੇਸ਼ਨ ਦੇ ਹੋ ਗਏ, ਬਾਕੀ 3 ਟਨਿਓਰਾਂ ਮੈਂ ਦੱਸ ਰਿਹਾ ਤੁਹਾਨੂੰ, ਮੈਂ ਇਸ ਟਨਿਓਰ ਦੇ ਵਿੱਚ ਨਹੀਂ ਸੀ, ਉਦੋਂ ਪਹਿਲੀਆਂ 3 ਟਨਿਓਰਾਂ ਮੈਂ ਨਾਲ ਬਹਿੰਦਾ ਰਹਾਂਗਾ ਵੀ ਜੋ ਅਸੀਂ ਕੰਮ ਕਰਾਏ ਨੇ। ਅਸੀਂ ਜਿਹੜੀ ਪਹਿਲੀ ਮੀਟਿੰਗ ਹੋਈ ਸੀ ਕਾਰਪੋਰੇਸ਼ਨ ਦੀ, ਉਹਦੇ ਵਿੱਚ ਮਹਾਲੀ ਦਾ ਜਿਹੜਾ ਸੀਵਰੇਜ ਦਾ ਕੰਮ ਹੈ, ਜਿਹੜਾ ਕਿ ਕਰੋੜਾਂ ਰੁਪਏ ਮੇਰਾ ਖਿਆਲ ਹੈ ਲਗਭਗ 30 ਕਰੋੜ ਦੇ ਲਗਭਗ, ਸ਼ਾਇਦ ਮੇਅਰ ਸਾਹਿਬ ਨੂੰ ਜ਼ਿਆਦਾ ਪੂਰਾ ਕਨਫਰਮ ਪਤਾ ਹੈ, ਜਿਹੜਾ ਪੈਸਾ ਪਾਸ ਕਰਾਇਆ ਸੈਂਟਰ ਗਵਰਨਮੈਂਟ ਤੋਂ। ਸੈਂਟਰ ਗਵਰਨਮੈਂਟ ਦੀ ਇੱਕ ਅਟਲ ਸਕੀਮ ਹੈ, ਮੈਂ ਵੀ ਉਸ ਸਕੀਮ ਦੇ ਵਿੱਚੋਂ 11 ਫੇਜ਼ ਦੇ ਵਿੱਚ ਕੋਈ ਵਾਟਰ ਸਪਲਾਈ ਸੀਵਰੇਜ ਲਈ ਕੰਮ ਕਰਾਏ ਸੀ। ਉਹਦੇ ਵਿੱਚ ਜਿਹੜਾ ਕੁਝ ਪਰਸੈਂਟ ਸੈਂਟਰ ਗਵਰਨਮੈਂਟ ਦਿੰਦੀ ਹੈ, ਕੁਝ ਸਟੇਟ ਦਿੰਦੀ ਹੈ, ਕੁਝ ਕਾਰਪੋਰੇਸ਼ਨ ਦਿੰਦੀ ਹੈ, ਉਹ ਪਾਸ ਕਰਾ ਕੇ ਜਿਹੜਾ ਕੰਮ ਹੁਣ ਉਸ ਰੋਡ ਤੇ ਜਿਹੜੀ ਨਾਈਪਰ ਰੋਡ ਹੈ ਉਹ ਤੇ ਸ਼ੁਰੂ ਹੈ, ਕਿਉਂਕਿ ਡਾਟਾਂ ਥਾਂ ਤੋਂ ਟੁੱਟ ਚੁੱਕੀਆਂ ਸੀ ਸੀਵਰੇਜ ਦੀਆਂ। ਜੇ ਕਿਤੇ ਇਹ ਕੰਮ ਟੈਕਨੀਕਲ ਮੇਅਰ ਕੋਈ ਨਾ ਹੁੰਦਾ, ਇਹ ਬਿਲਕੁਲ ਫਲਾਪ ਹੋ ਜਾਣਾ ਸੀਗਾ। ਜਿਵੇਂ ਬਠਿੰਡੇ 'ਚ ਰੌਲਾ ਪਿਆ ਸੀਗਾ ਵੀ ਲੋਕਾਂ ਦੇ ਘਰੇ ਸੀਵਰੇਜ ਤੁਰਿਆ ਫਿਰਦਾ ਹੈ, ਤੇ ਕੋਈ ਕਿਉਂਕਿ ਉੱਥੇ ਟੈਕਨੀਕਲੀ ਪਹਿਲਾਂ ਕਿਸੇ ਨੇ ਧਿਆਨ ਦਿੱਤਾ ਹੀ ਨਹੀਂ ਸੀਗਾ। ਜਦੋਂ ਬਿਲਕੁਲ ਹੀ ਐਂ ਠੱਪ ਹੋ ਗਿਆ ਕੰਮ ਤਾਂ ਜਾ ਕੇ ਹੋ ਗਿਆ। ਹੁਣ ਉਹ ਕੰਮ ਜਿਹੜਾ ਚੱਲ ਰਿਹਾ ਸੀਵਰੇਜ ਦਾ, ਇਹ ਕੁਲਵੰਤ ਸਿੰਘ ਦੀ ਦੇਣ ਹੈ। ਜਦੋਂ ਇਹ ਕੰਪਲੀਟ ਹੋ ਗਿਆ ਆਪਾਂ ਨੂੰ ਸੀਵਰੇਜ ਦੀ ਕੋਈ ਸਮੱਸਿਆ ਨਹੀਂ ਰਹਿਣੀ। ਜਗਦੀਸ਼ ਸਿੰਘ ਜੀ ਨੇ ਗੱਲ ਕੀਤੀ ਸੀ ਆਪਣੇ ਪਹਿਲਾਂ 10-11 ਫੇਜ਼ ਦੇ ਵਿੱਚ, ਕਿਉਂਕਿ ਮੈਂ 11 ਫੇਜ਼ ਦੇ ਵਿੱਚ ਜਦੋਂ 84 ਦੇ ਦੰਗੇ ਹੋਏ ਸੀਗੇ ਉਦੋਂ ਇਹ ਫਲਾਈਟ ਜਿਹੜੇ ਬਣੇ ਸੀਗੇ, ਅਸੀਂ ਉਸ ਤੋਂ ਬਾਅਦ 11 ਫੇਜ਼ 'ਚ ਆ ਗਏ ਸੀਗੇ। ਆਪਣੇ ਇੱਥੇ ਸਾਨੂੰ ਕੁਆਟਰਾਂ ਦੇ ਵਿੱਚੋਂ ਸਿਰਫ ਇੱਕ ਕੋਠੀ ਨਜ਼ਰ ਆਉਂਦੀ ਹੁੰਦੀ ਸੀ, ਉਹ ਸ਼ਾਮ ਸਿੰਘ ਸੀ ਜਿਹੜੇ ਥਾਣੇਦਾਰ ਸੀਗੇ, ਸਿਰਫ ਇੱਕੋ ਹੀ ਕੋਠੀ ਨਜ਼ਰ ਆਉਂਦੀ ਹੁੰਦੀ ਸੀ। ਇੱਥੇ ਮੈਂ ਦੇਖ ਰਿਹਾ ਸਾਡੇ ਉਧਰਲੇ ਫਲੈਟਾਂ 'ਚੋਂ ਵੀ 2-4 ਸਾਥੀ ਬੈਠੇ ਨੇ। ਅੰਬ ਸਾਹਿਬ ਤੋਂ ਲੈ ਕੇ ਇੱਧਰ ਨੂੰ ਆਉਣ ਲਈ ਨਾ ਡਰ ਲੱਗਦਾ ਹੁੰਦਾ ਸੀ, ਜੰਗਲ ਹੁੰਦਾ ਸੀ ਪੂਰਾ। ਆਹ ਜਿਹੜਾ ਨਾਲਾ ਹੈ ਸਟੇਡੀਅਮ ਦੇ ਕੋਲੇ, ਇਹਦੇ ਵਿੱਚ 40 ਫੁੱਟ ਡੂੰਘਾ ਸਾਈਕਲ ਲੈ ਕੇ ਬੰਦੇ ਤਹਾਂ ਨੂੰ ਚੜ੍ਹਦੇ ਹੁੰਦੇ ਸੀਗੇ, ਅਸੀਂ ਘੁੰਮ ਕੇ ਆਉਂਦੇ ਹੁੰਦੇ ਸੀਗੇ। ਜੋਗ ਜਵਾਏ ਸੀਗਾ ਜਿਹੜਾ ਟ੍ਰਿਬਿਊਨ ਦਾ ਰਾਈਟਰ ਸੀਗਾ, ਪ੍ਰੈਸ ਰਿਪੋਰਟਰ ਸੀਗਾ, ਅਸੀਂ ਉਹਨੂੰ ਬੁਲਾ ਫੋਟੋਆਂ ਕੀਤੀਆਂ, ਕਿਉਂਕਿ ਸਾਡੀ ਟੀਮ ਵਧੀਆ ਸੀਗੀ। ਵਧੀਆ ਟੀਮ ਹੋਣ ਕਰਕੇ ਸਾਡੇ ਵਿੱਚ ਜਗਦੀਸ਼ ਸਿੰਘ ਵਰਗੇ ਵੈਲਫੇਅਰ ਐਸੋਸੀਏਸ਼ਨ ਦੇ ਵਿੱਚ ਸੀ। ਮੈਨੂੰ ਕੁਦਰਤੀ ਤੌਰ ਤੇ ਕੋਈ ਬਖਸ਼ਿਸ਼ ਸੀ ਪਰਮਾਤਮਾ ਵੱਲੋਂ, ਮੈਂ ਪੁਰਾਣਿਆਂ ਵੀ ਜਿਹੜੀਆਂ ਵੈਲਫੇਅਰ ਐਸੋਸੀਏਸ਼ਨਾਂ 'ਚ ਕੰਮ ਵੀ ਕੀਤਾ, ਤੇ ਮੈਂ ਜਿੱਡੇ ਵੀ ਮਰਜ਼ੀ ਹਾਲ ਦੇ ਵਿੱਚ ਜਾਂ ਜਿੱਥੇ ਵੀ ਕਿਤੇ ਮੀਟਿੰਗ ਹੁੰਦੀ ਹੈ ਮੈਂ ਅਫਸਰਾਂ ਨੂੰ ਕਨਵਿੰਸ ਕਰ ਸਕਦਾ ਹਾਂ। ਹੁਣ ਪਰਮਾਤਮਾ ਨੇ ਇੰਨੀ ਕੁ ਬਖਸ਼ਿਸ਼ ਕੀਤੀ ਹੋਈ ਹੈ ਵੀ ਜਿੰਨੇ ਅਫਸਰ ਨੇ, ਚਾਹੇ ਸੀਵਰੇਜ ਦੇ ਚਾਹੇ ਵਾਟਰ ਸਪਲਾਈ ਦੇ, ਉਹਨਾਂ ਨੂੰ ਵੀ ਪਤਾ ਵੀ ਇਹ ਟੀਮ ਬਹੁਤ ਗੁੱਡ ਹੈ, ਇਹਨਾਂ ਨੂੰ ਨੌਲੇਜ ਹੈ, ਇਸ ਕਰਕੇ ਉਹ ਸਾਨੂੰ ਕੋਈ ਗੱਲ ਨਕਾਰ ਨਹੀਂ ਸਕਦੇ ਜਾਂ ਸਾਨੂੰ ਕੋਈ ਵੀ ਉਹ ਸਾਨੂੰ ਬਾਈਪਾਸ ਨਹੀਂ ਕਰ ਸਕਦੇ, ਕਿਉਂਕਿ ਜਿੱਦਾਂ ਦੇ ਅਸੀਂ ਆ ਸਾਡੇ ਮੇਅਰ ਸਾਹਿਬ ਉਦੋਂ ਜਿਹੜੇ 2 ਪੈਸੇ ਵੱਧ ਨੇ, ਟੈਕਨੀਕਲੀ ਉਹ ਪੂਰੇ ਸਾਊਂਡ ਨੇ, ਉਹਨਾਂ ਨੂੰ ਪੂਰਾ ਪਤਾ ਹੈ। ਆਪਾਂ ਉਹਨਾਂ ਨੂੰ ਮੇਅਰ ਬਣਾਉਣ ਵਾਸਤੇ ਇਹ ਨਹੀਂ ਵੀ ਆਪਾਂ ਇਕੱਲਾ 21 ਨੰਬਰ ਵਾਰਡ ਦੇ ਵਿੱਚ ਜ਼ੋਰ ਲਾਉਣਾ ਹੈ। ਮੈਂ ਮੇਰੇ ਵੀਰੋ, ਜਿੱਥੇ ਵੀ ਤੁਸੀਂ ਮਹਾਲੀ ਦੇ ਵਿੱਚ ਤੁਹਾਡਾ ਆਪਦਾ ਮੰਨ ਕੋਈ ਰਿਸ਼ਤੇਦਾਰ ਰਹਿੰਦਾ ਜਾਂ ਕੋਈ ਜਾਣ ਪਛਾਣ ਵਾਲਾ ਰਹਿੰਦਾ, ਆਪਣੇ ਕਈ ਜਗ੍ਹਾ ਤਾਂ
ਜਿਹੜੇ ਸਾਥੀ ਨੇ ਬਾਲਟੀ ਤੇ ਖੜੇ ਨੇ ਤੇ ਕਈ ਜਗ੍ਹਾ ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਉਹ ਆਪਣਾ ਟਰੈਕਟਰ ਹੈਗਾ, 2 ਹੀ ਚੋਣ ਨਿਸ਼ਾਨਾਂ ਤੇ ਖੜੇ ਆ। ਸਾਡੇ ਮੇਅਰ ਸਾਹਿਬ ਪਹੁੰਚ ਚੁੱਕੇ ਨੇ, ਬਹੁਤ ਬਹੁਤ